ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 वाहिगुरु। तुम दाते ठाकुर प्रतिपालक नायक खसम खसम हमारे तुम दाते। निमख निमख तुम ही प्रतिपालो हम बारिक तुम्हारे तारे। जीवा एक कवण गुण कहिए जीवा एक कवण गुण कहिए बेशुमार बेअंत स्वामी तेरा अंत न कि नहीं लही रहा। कोट पराध हमारे खंडो कोट पराध हमारे खंडो अनेक विधि समझाओ हम अज्ञान अल्प मत थोड़ी तुम अपना बिरद रखाओ। तुमरी शरण तुम्हारी आशा वाहिगुरु जी तुम्हारी शरण तुम्हारी आशा तुम ही सज्जन सुहेले राखो राखनहार दयाला नानक घर के घोले। तुम दाते ठाकुर प्रतिपालक नायक खसम हमारे। वाहिगुरु वाहिगुरु वाहिगुरु। वाहिगुरु जी का खालसा वाहिगुरु जी की फतेह। वाहिगुरु जी की फतेह। शाबाश। There are certain you did first time, very good. Thanks for the participation. You would get there, don't worry. डर के क्यों करी है ऐसी ਜਦੋਂ ਵੀ ਕਰੀ और there was little shivering कह लो या cautiousness. सो पुत्र ਜਦੋਂ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੱਦਾ ਹੋਵੇ ਨਾ। ਸੋ ਉਸ ਤਰ੍ਹਾਂ ਅਸੀਂ ਜਦੋਂ ਵੀ ਬੈਠੀਏ ਕਰੀਏ। ਹਾਂਜੀ ਸ਼ਬਦ मारू सॉरी मारू किथे आ गए सोरठ सोरठ गौड़ी मैनू किसे ने भी मैं बेनती की सीगी कि मैनू दस्यो सिवाय रवदीप दे किसे ने फीडबैक नहीं दिता कि किन्ने शब्द ने। एक शब्द की गड़बड़ सीगी। I don't know whether you wanted the feedback at that time or now. Here is my paper that I did. I went through the whole Guru Granth Sahib. So किन्ने ने total? Altogether 116.
116 ਨੇ ਨਾ, ਠੀਕ, ਥੈਂਕ ਯੂ। This is what I have found in Guru Granth Sahib. I went ਹਾਂਜੀ, ਗੁਰੂ ਗ੍ਰੰਥ ਸਾਹਿਬ 'ਚ 116 ਹੀ ਨੇ। the Shabad. ਇਹ ਪਤਾ ਨਹੀਂ ਸਿੱਖੀ ਵਿਕੀ ਆ ਜਿਹੜੀਆਂ ਸਾਈਟਾਂ ਨੇ ਕਿੱਥੋਂ I didn't go 115 ਕਹਿ anywhere. ਦਿੰਦੀਆਂ ਨੇ। I didn't go anywhere. ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਵੇਖਿਆ। ਥੈਂਕ ਯੂ ਬਿਲਕੁਲ, ਮੈਂ ਇਹੀ ਚਾਹਿਆ ਸੀਗਾ ਜੀ ਕਿ ਮੈਂ ਵੀ ਗੁਰੂ ਗ੍ਰੰਥ ਚੋਂ ਕੀਤਾ ਸੀ ਤੇ 116 ਬਣਦੇ ਸੀ। Yeah, 59 plus 57. ਹਾਂਜੀ, plus 57 sloks. ਤੇ ਰਵਦੀਪ ਨੇ ਕਿਸੇ ਸਾਈਟ ਤੋਂ ਮੈਨੂੰ ਭੇਜਿਆ ਸੀ 116, ਸੋ ਆਈ ਥਾਟ ਚਲੋ ਕੋਈ ਤੇ ਹੈਗੀ ਹੈ ਸਾਈਟ ਜਿਹੜੀ 116 ਕਹਿ ਰਹੀ ਹੈ, ਪਰ ਹਾਂਜੀ ਸੌਰੀ ਕਿਸੇ ਸਾਈਟ ਤੇ ਨਹੀਂ ਗਿਆ। I know I have read also many places, but I didn't go anywhere what they are saying. I just wanted to see what it was in Guru Granth Sahib. ਉਹਦੇ 'ਚ ਇੱਕ ਹੋਰ ਜਿਹੜੀ ਮੁਗਾਲਤਾ ਪਾਇਆ ਹੋਇਆ ਨਾ ਸ਼ਲੋਕਾਂ ਦੇ ਵਿੱਚ, ਕਿ ਇੱਕ ਸ਼ਲੋਕ ਜਿਹੜਾ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਇਹ ਜਿਹੜੇ ਕਿੱਦਾਂ ਉਹਨਾਂ ਨੂੰ ਕੀ ਕੈਟਾਗਰਾਈਜ਼ ਕਰੀਏ, ਕੁਝ ਇੱਕ ਸਕਾਲਰ ਸਾਡੇ ਜਿਹੜੇ ਨੇ ਇੱਦਾਂ ਕਹਿ ਲਈਏ, ਉਹ ਇਹ ਕਹਿੰਦੇ ਨੇ ਜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਲੋਕ ਹੈ। ਅੱਛਾ, ਹੁਣ ਹੈਰਾਨਗੀ ਇਹ ਹੁੰਦੀ ਹੈ, ਮਤਲਬ ਕਈ ਉਹਦੇ 'ਚ ਸਵਾਲ ਉੱਠ ਜਾਂਦੇ ਨੇ ਕਿ ਬਾਣੀ 9ਵੇਂ ਪਾਤਸ਼ਾਹ ਦੀ ਹੈ, ਲਿਖ ਕੇ 9ਵੇਂ ਪਾਤਸ਼ਾਹ ਗਏ, ਤੇ ਸਾਡੇ ਪ੍ਰੀਸੀਡਿੰਗ ਸਾਰੇ ਸਤਿਗੁਰਾਂ ਨੇ ਕਿਧਰੇ ਵੀ ਐਦਾਂ ਨਹੀਂ ਕੀਤਾ ਕਿ ਵਿੱਚ ਆਪਣਾ ਕੁਝ ਪਾਤਾ ਹੋਵੇ। ਉਹਨਾਂ ਨੇ ਜੇ ਲਿਖਿਆ ਤੇ ਆਪਣੇ ਨਾਂ ਥੱਲੇ ਸੈਪਰੇਟ ਲਿਖਿਆ ਹੋਇਆ, ਜਿਹੜੇ ਸ਼ਬਦ ਮਿਲਦੇ ਨੇ ਸਾਡੇ, ਹਨਾ। ਅੱਛਾ, ਫਿਰ ਉਹਨਾਂ ਨੇ ਸਵਾਲ ਪਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਬਲ ਹੋਆ ਬੰਧਨ ਛੁਟੇ, ਬੰਧਨ ਪਰੇ, ਬਲ ਛੁਟਕਿਓ ਬੰਧਨ ਪਰੇ। ਇਹ ਹੈਗਾ ਪਹਿਲਾ, ਤੇ ਹੈਗਾ ਬਲ ਛੁਟਕਿਓ ਬੰਧਨ ਪਰੇ ਤੇ ਸਭ ਕੁਛ ਹੋ ਤੁ ਪਾਏ, ਨਾਨਕ ਸਭ ਕੁਛ ਤੁਮਾਰੇ ਹੱਥ ਮੈਂ, ਤੁਮ ਹੀ ਹੋ ਸਹਾਏ। ਇਹ ਜਵਾਬ ਦੇ ਦਿੱਤਾ, ਬਲ ਹੋਆ ਬੰਧਨ ਛੁਟੇ। ਹਾਂਜੀ, ਬਲ ਹੋਆ ਬੰਧਨ ਛੁਟੇ, ਸਭ ਕੁਛ ਹੋ ਤੁ ਪਾਏ। ਸੋ ਮਤਲਬ, ਹਾਂਜੀ ਸੌਰੀ ਤੁਸੀਂ ਸਵਿਚ ਕਰਤਾ ਨਾ। ਅੱਛਾ, ਮਤਲਬ ਉਹ ਪਹਿਲਾ ਹੈਗਾ ਸੀ ਬਲ ਛੁਟਕਿਓ ਬੰਧਨ ਪਰੇ। ਇਹ ਤੇਗ ਬਹਾਦਰ ਸਾਹਿਬ ਦਾ ਵਾ? ਨਹੀਂ ਕਹਿੰਦੇ ਵੀ ਇਹ ਤੇਗ ਬਹਾਦਰ ਸਾਹਿਬ ਦਾ। ਫਿਰ ਗੁਰੂ ਗੋਬਿੰਦ ਸਿੰਘ ਨੇ ਜਵਾਬ ਦਿੱਤਾ, ਬਲ ਹੋਆ ਬੰਧਨ ਛੁਟੇ ਸਭ ਕੁਛ ਹੋ ਪਾਏ, ਏਦਾਂ ਕਹਿੰਦੇ ਨੇ ਉਹ। ਨਾਨਕ ਸਭ ਕੁਝ, ਹਾਂਜੀ, ਨਾਨਕ ਸਭ ਕੁਝ ਤੁਮਰੇ ਹੱਥ, ਹਾਂਜੀ ਹਾਂਜੀ ਠੀਕ ਹੈ, ਸੌਰੀ। ਇਹ ਗੁਰੂ ਗੋਬਿੰਦ ਸਿੰਘ ਕਿ ਮਹਾਰਾਜ ਜੀ ਸਾਰਾ ਕੁਝ ਤੁਹਾਡੇ ਹੱਥ 'ਚ ਹੀ ਹੈ, ਹਾਂਜੀ, ਤੇ ਤੁਮ ਹੀ ਹੋ ਸਹਾਏ। ਹੁਣ ਉਹ ਜਿਸ ਤਰ੍ਹਾਂ ਇਹ ਗੱਲ ਬਿਲਕੁਲ ਉਹਦੇ ਨਾਲ ਦੀ ਰਲਦੀ ਗੱਲ ਹੈ ਜਿਹੜੀ ਕਿ 5ਵੇਂ ਪਾਤਸ਼ਾਹ ਦੇ ਲਈ, ਬਾਲ ਗੁਰੂ ਅਰਜਨ ਦੇ ਲਈ ਕਹੀ ਜਾਂਦੀ ਹੈ ਕਿ ਚੌਥੇ ਪਾਤਸ਼ਾਹ ਉਹਨਾਂ ਨੂੰ ਵਾਂਢੇ ਭੇਜ ਕੇ ਕਿਸੇ ਵਿਆਹ ਵਾਲੇ ਘਰ ਤੇ ਭੁੱਲ ਗਏ, ਤੇ ਉਹਨਾਂ ਨੂੰ ਵਾਪਸ ਬੁਲਾਉਣਾ ਭੁੱਲ ਗਏ। ਤੇ ਛੋਟਾ ਪੁੱਤਰ ਸੀ ਤੇ ਭੁੱਲ ਗਏ, ਤੇ ਉਹਨਾਂ ਨੇ ਫਿਰ ਚਿੱਠੀ ਲਿਖੀ ਬਾਲ ਗੁਰੂ ਅਰਜਨ ਨੇ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਬ ਕਰੇ ਚਾਤਰਿਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ, ਜਿਉਂ ਘੋਲੀ ਜਿਉਂ ਘੋਲ ਘੁਮਾਏ ਗੁਰਦਰਸ਼ਨ ਸੰਤ। ਨੰਬਰ 1, ਕਿਉਂਕਿ ਇਸ ਸ਼ਬਦ ਦੇ 4 ਬੰਦ ਨੇ ਰਹਾਉ ਵਾਲੇ, ਤੇ ਉਹ ਚਿੱਠੀ ਪ੍ਰਿਥੀ ਚੰਦ ਨੇ ਰੱਖ ਲਈ। ਫਿਰ ਦੂਜੀ ਲਿਖੀ, ਉਹ ਵੀ ਪ੍ਰਿਥੀ ਚੰਦ ਨੇ ਰੱਖ ਲਈ। ਫਿਰ ਤੀਜੀ ਵੀ ਪ੍ਰਿਥੀ ਚੰਦ ਨੇ ਰੱਖ ਲਈ, ਤੇ ਤੀਜੀ ਗੁਰੂ ਸਾਹਿਬ ਦੇ ਹੱਥ ਲੱਗ ਗਈ ਚੌਥੇ ਪਾਤਸ਼ਾਹ ਦੇ, ਤੇ ਉਹਨਾਂ ਨੂੰ ਧਿਆਨ ਆ, ਉਹ ਲੈ ਮੈਂ ਤੇ ਆਪਣਾ ਮੁੰਡਾ ਹੀ ਨਹੀਂ ਬੁਲਾਇਆ ਵਿਆਹ ਤੋਂ, ਹਾਂਜੀ। ਤੇ ਮਤਲਬ ਕਿੰਨਾ ਇਰਰਿਸਪੋਂਸਿਬਲ ਪਿਓ ਦਾ ਕਿਰਦਾਰ, ਜਿਹੜਾ ਕਿ ਸਾਡਾ ਸਾਰੇ ਜਗਤ ਦਾ ਪਿਓ ਹੈ, ਉਹਦਾ ਕਿਰਦਾਰ ਕਿ ਉਹਨੇ ਆਪਣਾ ਨਿਆਣਾ ਭੁਲਾਤਾ। ਤੇ ਫਿਰ ਉਹਨਾਂ ਨੇ ਮੰਗਾਇਆ ਉਹਨਾਂ ਨੂੰ, ਤੇ ਫਿਰ ਉਹਨਾਂ ਨੇ ਕਿਹਾ ਵੀ 10 ਪ੍ਰਿਥੀ ਚੰਦਾ ਕਿੱਥੇ ਸੀਗੇ, ਚਿੱਠੀਆਂ ਕਿੱਥੇ ਨੇ? ਉਹ ਕਹਿੰਦਾ ਜੀ ਮੈਂ ਨਹੀਂ ਲਈਆਂ। ਤੇ ਉਹਨਾਂ ਨੇ ਕਿਹਾ ਅੱਛਾ ਬੇਟਾ ਤੁਸੀਂ ਫਿਰ ਉਚਾਰਨ ਕਰੋ, ਤੇ ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਉਚਾਰਨ ਕੀਤਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ। ਨੰਬਰ 4 ਹੋ ਗਿਆ।
ਗੱਲ ਕੀ ਵੀ ਜੋਤ ਉਹਾ ਸਾਡਾ ਇੱਕ ਸਿਧਾਂਤ ਹੈ ਗੁਰੂ ਨਾਨਕ ਦਾ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹੀ ਹੈ, ਜੁਗਤ ਉਹੀ ਹੈ, ਸਰੀਰ ਜਿਹੜਾ ਚੇਂਜ ਹੋ ਰਿਹਾ ਜਦੋਂ ਹਲੂਲ ਕਰਦੇ ਆ ਪਾਤਸ਼ਾਹ, ਤੇ ਪਹਿਲੇ ਕੋਲ ਕੁਛ ਨਹੀਂ ਰਹਿ ਜਾਂਦਾ। ਤੇ ਪੰਜਵੇਂ ਪਾਤਸ਼ਾਹ ਦੇ ਕੋਲ ਤੇ ਉਸ ਵੇਲੇ ਅਥਾਰਟੀ ਨਹੀਂ ਆਈ, ਹਾਲੇ ਅਖਤਿਆਰਾਤ ਹੀ ਨਹੀਂ ਆਏ ਉਹਨਾਂ ਨੂੰ, ਹਾਲੇ ਕੀ ਕਹਿੰਦੇ ਆ, ਸਾਈਨਿੰਗ ਅਥਾਰਟੀ ਨਹੀਂ ਮਿਲੀ, ਤੇ ਉਹ ਕਿਸ ਤਰ੍ਹਾਂ ਨਾਨਕ ਨਾਮ ਯੂਜ਼ ਕਰ ਸਕਦੇ ਆ? ਜੇ ਉਹਨਾਂ ਨੇ ਕੀਤਾ ਤੇ ਫਿਰ ਹੋਰ ਸਾਰਿਆਂ ਦਾ ਨਾਨਕ ਨਾਮ ਲੈ ਲਓ। ਸੋ ਉਹੀ ਭੁਲੇਖਾ ਇੱਥੇ ਪਾਤਾ ਕਿ ਉਹਨਾਂ ਨੇ ਲਿਖ ਦਿੱਤਾ ਤੇ ਉਹਨਾਂ ਜਵਾਬ ਦੇ ਦਿੱਤਾ, ਤੇ ਕੰਪਾਈਲੇਸ਼ਨ ਜਿਹੜੀ ਹੈ 9ਵੇਂ ਪਾਤਸ਼ਾਹ ਦੀ ਹੋ ਗਈ। ਤੇ ਇਹਨਾਂ ਨੇ ਨਾਂ ਲਿਆ ਸੀ ਡਾਕਟਰ ਅਨੁਰਾਗ ਸਿੰਘ, ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਮੇਰਾ ਵਾਹ ਰਿਹਾ ਇਹਨਾਂ ਲੋਕਾਂ ਦੇ ਨਾਲ, ਕਈਆਂ ਦੇ ਨਾਲ। ਤੇ ਇਟਸ ਆਲ ਸਾਡੀ ਜਿਹੜੀ ਹੈ ਖਜ਼ਾਨਾ ਜਿਹੜਾ ਉਹਨੂੰ ਢਾਹ ਲਾਉਣ ਵਾਲੇ ਇਹ ਲੋਕ ਨੇ, ਤੇ ਸਾਨੂੰ ਭੁਲੇਖਾ ਪਾਤਾ। ਇਸੇ ਤਰ੍ਹਾਂ ਹੀ ਉਹ ਜਿਹੜੇ 115 ਨੇ ਉਹ ਇਸ ਕਰਕੇ ਹੀ ਕਹਿੰਦੇ ਨੇ ਜੀ ਕਿ ਇੱਕ ਜਿਹੜਾ ਹੈ ਉਹ ਉਧਰ ਦੇ ਪਾਸੇ ਪਾ ਦਿੰਦੇ ਨੇ, ਤੁਹਾਡਾ ਜੋ ਦਿਲ ਕਰੇ ਪਾ ਦਿਓ, ਸਾਨੂੰ ਕੀ। ਪਰ ਕੋਈ ਤਰਤੀਬ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਮੁੰਦਾਵਣੀ ਤੋਂ ਬਾਅਦ ਹੋਰ ਕੁਝ ਨਹੀਂ ਆ ਸਕਦਾ, ਤੇ ਮੁੰਦਾਵਣੀ ਤੋਂ ਪਹਿਲੇ ਕੁਝ ਆ ਨਹੀਂ ਸੀ ਸਕਦਾ, ਉਹਨਾਂ ਨੇ ਇਹ ਕਰਤਾ। ਸੋ ਮਤਲਬ ਕਿਧਰੇ ਨਾ ਕਿਧਰੇ ਜਿਹੜਾ ਮਨੂ ਪੁੱਤਰ ਹੈ ਉਹ ਕੁਛ ਨਾ ਕੁਛ ਕਰੀ ਜਾ ਰਿਹਾ ਸਾਡੇ ਲਈ, ਤੇ ਸਾਨੂੰ ਕਿਉਂਕਿ ਅਵੇਅਰਨੈਸ ਨਹੀਂ ਹੈ, ਇਸ ਕਰਕੇ ਅਸੀਂ ਇੱਥੇ ਫਸ ਜਾਂਦੇ ਹਾਂ। ਮੈਂ ਆਪਣੀ ਗੱਲ ਕਰ ਰਿਹਾ, ਆਈ ਐਮ ਓਨੈਸਟ, ਮੈਂ ਗੁਰੂ ਨੂੰ ਮੂੰਹ ਦਿਖਾਣਾ ਹੈ। ਮੈਂ ਉਦੋਂ ਜਦੋਂ ਜੇ ਨਾ 9ਵੇਂ ਪਾਤਸ਼ਾਹ ਦੀ, ਮਤਲਬ ਮੈਂ ਤੇ ਸਮਝਦਾ ਕਿ ਮੈਨੂੰ ਇਹ ਮਿਹਰ ਹੋਈ ਕਿ ਪਤਾ ਨਹੀਂ ਅਸੀਂ ਕਿੰਨੀ ਕੁ ਬਾਣੀ ਡਿਸਕਸ ਕਰ ਸਕਾਂਗੇ ਉਹਨਾਂ ਦੀ ਗੁਰਪੁਰਬ ਤੱਕ, ਪਰ ਮੈਨੂੰ ਇਹ ਸਮਝ ਆ ਗਈ ਕਿ ਜੇ ਮੈਂ ਉਹ ਨਾ ਕਰਦਾ, ਉਹ ਨਾ ਲੱਭਦਾ ਬਾਣੀ, ਤੇ ਮੈਨੂੰ ਤਾਂ ਪਤਾ ਨਹੀਂ ਸੀ ਲੱਗਣਾ। ਮੈਂ ਤੇ ਆਪਣੀਆਂ ਸਲਾਈਡਸ ਦੇ ਵਿੱਚ 115 ਲਿਖਿਆ ਹੋਇਆ ਕਿਉਂਕਿ ਮੈਂ ਸਾਈਡਾਂ ਤੋਂ ਪਾਇਆ ਹੋਇਆ। ਆਈ ਐਮ ਓਨੈਸਟ, ਮੈਂ ਲੁਥਰਾ ਜੀ ਵਾਂਗੂ ਨਹੀਂ ਕੀਤਾ ਜੋ ਮੈਨੂੰ ਪਹਿਲੇ ਕਰਨਾ ਚਾਹੀਦਾ ਸੀ। ਮੈਂ ਐਤਕੀ ਕੀਤਾ ਆਫ ਕੋਰਸ, ਪਰ ਇਹਨਾਂ ਨੇ ਤੇ ਪਹਿਲੀ ਅਟੈਂਪਟ ਤੇ ਕੀਤਾ ਨਾ। ਐਮ ਆਈ ਮੇਕਿੰਗ ਸੈਂਸ? ਜੋ ਦੇਖਿਆ, ਜੋ ਲਿਖਿਆ, ਮੱਖੀ ਤੇ ਮੱਖੀ ਮਾਰਤੀ, ਉਹ ਕਹਿੰਦੇ ਨੇ ਗਲਤ, ਤੇ ਅਸੀਂ ਵੀ ਗਲਤ ਕਹੀ ਜਾਂਦੇ ਹਾਂ। ਇਹ ਪੋਸਟ ਤੁਸੀਂ ਕਦੋਂ ਪਾਈ ਸੀ ਜੀ ਇਸ ਬਾਰੇ ਦੇ ਵਿੱਚ? ਇਹ ਅਸੀਂ ਡਿਸਕਸ ਕੀਤਾ ਸੀ ਵੀਰ ਜੀ। ਅੱਛਾ, ਤੁਸੀਂ ਡਿਸਕਸ ਕੀਤਾ ਸੀ, ਠੀਕ। ਹਾਂਜੀ, ਇਹ ਪੋਸਟ ਪਈ ਸੀ ਪਰਮਜੀਤ ਦੀ, ਅਮਰਜੀਤ ਪਰਮਜੀਤ ਨੇ ਸੁਜੈਸਟ ਕੀਤਾ ਸੀਗਾ ਕਿ ਗੁਰਪੁਰਬ ਆ ਰਿਹਾ 400 ਸਾਲਾ, ਤੇ ਸ਼ੁਡਨਟ ਵੀ ਬੀ ਡੂਇੰਗ, ਮੈਨੂੰ ਐਗਜ਼ੈਕਟਲੀ ਵਰਡਿੰਗ ਨਹੀਂ ਪਤਾ, ਵੀ ਸਾਨੂੰ 9ਵੇਂ ਪਾਤਸ਼ਾਹ ਦੀ ਬਾਣੀ ਕਰਨੀ ਚਾਹੀਦੀ ਹੈ। ਉਹ ਤਾਂ ਠੀਕ ਹੈ, ਲੇਕਿਨ ਜਿਹੜੀ ਤੁਸੀਂ ਕਹਿੰਦੇ ਵੀ ਸ਼ਬਦਾਂ ਦੀ ਸ਼ਬਦਾਵਲੀ ਦੀ ਜਿਹੜੀ ਗੱਲ ਕਰਦੇ ਹਾਂ, 116 ਦੀ ਗੱਲ ਕਰਦੇ ਹਾਂ, ਉਹ ਵੀ ਪੋਸਟ ਪਾਈ ਸੀ ਦੇ ਵਿੱਚ? ਹਾਂਜੀ, ਉਹਦੇ ਫਰਾਈਡੇ ਤੋਂ ਬਾਅਦ ਕਿ ਵੀਰਵਾਰ ਨੂੰ ਜਿਹੜਾ ਵੀ ਸਾਡੀ ਲਾਸਟ ਕਲਾਸ ਸੀਗੀ ਨਾ, ਤੇ ਮੈਂ ਉਹਦੇ ਚ ਡਿਸਕਸ ਕਰਕੇ, ਤੇ ਨਾਲ ਹੀ ਆਪਣੀ, ਜੇ ਤੁਸੀਂ ਗਰੁੱਪ ਚ ਦੇਖੋਗੇ ਤੇ ਉਹਦੇ ਚ ਪਿਆ ਹੋਇਆ ਐਕਸਲ ਵੀ ਪਈ ਹੋਈ ਹੈ। ਹਾਂਜੀ, ਤੇ ਜਿਹੜੇ ਰਾਗ ਨੇ, ਜਿਹੜੇ ਉਹਨਾਂ ਚ ਸ਼ਬਦ ਨੇ, ਉਹ ਸਾਰੇ ਮੈਂ ਪਾਏ ਸੀ। ਨਹੀਂ, ਉਹ ਤਾਂ ਪਾਇਆ, ਲੇਕਿਨ ਕੁਐਸਚਨ ਰੂਪ ਤਾਂ ਕੋਈ ਨਹੀਂ ਹੈ ਕਿ ਵੀ ਤੁਸੀਂ ਇਸ ਤਰ੍ਹਾਂ ਇਹਨੂੰ ਕਰਕੇ ਲੱਭੋ ਜਾਂ ਕੁਝ, ਉਹ ਤੁਸੀਂ ਮਤਲਬ ਉਹ ਮੈਂ ਕਲਾਸ ਚ ਬੇਨਤੀ ਕੀਤੀ, ਕਲਾਸ ਦੇ ਵਿੱਚ ਡਿਸਕਸ ਕੀਤੀ ਹੋਣੀ ਹੈ। ਹਾਂਜੀ, ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰੀਆਂ ਜਿਹੜੀਆਂ ਫਾਈਂਡਿੰਗਸ ਨੇ ਉਹ ਮੈਂ ਦੇ ਰਿਹਾ ਤੁਹਾਨੂੰ ਪੋਸਟ ਕਰਕੇ, ਤੇ ਤੁਸੀਂ ਪਲੀਜ਼ ਕਨਫਰਮ ਕਰ ਦਿਓ, ਕਿਉਂਕਿ ਮੈਂ ਮਿਸਟੇਕ ਨਹੀਂ ਸੀ ਨਾ ਕਰਨਾ ਚਾਹੁੰਦਾ ਵੀ ਹੁਣ 115 ਤੇ ਮੈਂ 116 ਕਵਾਂ, ਤੇ ਮੇਰੀ ਗਲਤੀ ਕਿੱਥੇ ਹੋਈ ਹੈ। ਮੈਂ 2 ਵਾਰੀ ਚੈੱਕ ਵੀ ਕਰ ਲਿਆ ਸੀ, ਇਸ ਕਰਕੇ ਸੀਗਾ। ਚੋਰ ਨੂੰ ਆਪਣਾ ਪਾਲਾ ਵਾਲੀ ਗੱਲ, ਭਈ ਜਦੋਂ ਗੱਲ ਬਾਹਰ ਕੱਢਣੀ ਹੋਵੇ ਤੇ ਫਿਰ ਉਹ ਠੀਕ ਨਿਕਲੇ ਨਾ। that was the purpose. ਚਲੋ, ਸੋ ਸ਼ੁਰੂ ਕਰਨ ਤੋਂ ਪਹਿਲੇ ਥੋੜਾ ਸਿਨੈਪਸਿਸ ਹੋਰ ਦੇ ਦਿਓ ਗੁਰੂ ਤੇਗ ਬਹਾਦਰ ਜੀ ਦਾ। ਤੁਸੀਂ ਕਿਹਾ ਸੀ ਕਿ ਗਾਲੇ ਵੀ ਕਰਨੀ ਹੈ ਕਿ ਉਹਨਾਂ ਦਾ ਸੀਸ ਉੱਥੇ ਕਿਸ ਤਰ੍ਹਾਂ ਪਹੁੰਚਿਆ ਅਨੰਦਪੁਰ ਸਾਹਿਬ। ਹਾਂ, ਮੈਂ ਉਹਨੂੰ ਉਹ ਕਿਉਂਕਿ ਉਹ ਹਿਸਟਰੀ ਹੈ ਤੇ ਉਹਦੇ ਲਈ ਮੇਰੇ ਕੋਲ ਸਾਹਮਣੇ ਹੋਣੇ ਚਾਹੀਦੇ ਨੇ ਪੁਆਇੰਟਸ, ਨਾਮ ਕੌਣ ਹੈ, ਉਹ ਅਸੀਂ ਅਗਲੀ ਕਲਾਸ 'ਚ ਕਰ ਸਕਦੇ ਹਾਂ। ਤੇ ਮੈਂ ਕਿਹਾ ਸੀ ਕਿ ਅਸੀਂ ਸ਼ੁਰੂ ਕਰ ਲਈਏ ਥੋੜਾ ਬਹੁਤਾ ਪਾਤਸ਼ਾਹੀ ਦੀ। ਇਹਦੇ 'ਚ 9 ਸ਼ਬਦ ਨੇ ਸ਼ਾਇਦ ਗੌੜੀ ਦੇ, ਹਾਂਜੀ, ਹੈ ਨਾ। ਤੇ ਸ਼ਬਦ ਦੇ ਵਿੱਚ ਜਦੋਂ ਅਸੀਂ ਦੇਖੀਏ ਤੇ
ਰਾਗ ਗੌੜੀ ਮਹਿਲਾ ਨੌਵਾਂ ਮੇਰਾ ਚਿੱਤ ਕਰਦਾ ਹੈ, ਕਿਉਂਕਿ ਮੈਂ ਬੜਾ ਪਸੰਦ ਕੀਤਾ ਹੈ। ਆਈ ਮੀਨ ਪਰਸਨਲੀ ਮੇਰੀ ਵੀਕਨੈਸ ਰਹੀ ਹੈ ਨੌਵੇਂ ਪਾਤਸ਼ਾਹ ਦੀ ਬਾਣੀ ਖਾਸ ਤੌਰ ਤੇ ਗੌੜੀ ਮਹਿਲਾ ਨੌਵਾਂ ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ ਰਹਾ। ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਸਾਰੇ ਇਦਾਂ ਦੇ ਸ਼ਬਦ ਛੋਟੇ ਨੇ, ਪਰ ਵਿੱਚ ਨਸੀਹਤ ਬੜੀ ਹੈ। ਪਾਤਸ਼ਾਹ ਕਹਿੰਦੇ ਨੇ ਕਿ ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਜਿਹੜਾ ਹੈ ਉਹ ਸਤ ਸੰਗੀਓ, ਸੱਜਣੋ, ਪਿਆਰਿਓ, ਗੁਰੂ ਪਿਆਰ ਵਾਲਿਓ, ਜਿੱਦਾਂ ਆਪਾਂ ਬੁਲਾਉਂਦੇ ਹਾਂ ਸਤਿਕਾਰ ਦੇ ਨਾਲ। ਤੇ ਇੱਥੇ ਮਨ ਕਾ ਮਾਨ ਤਿਆਗੋ ਕੀ ਹੈ? ਕਿਧਰੇ ਛੋਡੋ ਆਇਆ ਲਫ਼ਜ਼, ਛੋਡੋ ਵੇਸ ਭੇਖ ਚਤੁਰਾਈ, ਛੋੜ, ਪਰ ਇੱਥੇ ਤਿਆਗੋ ਆਇਆ। ਅੱਛਾ, ਜਿਹੜੇ ਵਿਆਕਰਨਕ ਨਵੇਂ ਨੇ ਮੇਰੇ ਵਾਂਗੂ, ਹਰਕੇਵਲ ਤੇ ਹੋਰ ਜਿਹੜੇ ਹੋਰ ਕੌਣ ਹੈ, ਕਾਰ ਸਿੰਘ, ਇਹਨਾਂ ਨੂੰ ਸਮਝ ਜ਼ਿਆਦੇ ਆ ਤੇ ਮੈਨੂੰ ਥੋੜ੍ਹੀ ਜਿਹੀ ਜ਼ੋਰ ਲਾਉਣਾ ਪੈਂਦਾ ਸਮਝਣ 'ਚ। ਤੇ ਮੈਨੂੰ ਕਰੈਕਟ ਕਰਨਾ ਪਲੀਜ਼ ਵੀਰੋ, ਵੀ ਜੇ ਥਰਡ ਪਰਸਨ ਜਾਂ ਸੈਕਿੰਡ ਪਰਸਨ ਹੋਵੇ ਤੇ ਊੜੇ ਦੇ ਨਾਲ ਹੋਵੇ ਤੇ ਉਹ ਬਿੰਦੇ ਦਾ ਉਚਾਰਨ ਨਹੀਂ ਹੁੰਦਾ, ਨਾਸਕੀ ਉਚਾਰਨ ਨਹੀਂ ਹੁੰਦਾ। ਰਾਈਟ ਜੀ, ਇਹੀ ਹੈ ਨਾ। ਤਿਆਗਾਉ ਨਹੀਂ ਮੈਂ ਕਹਿ ਸਕਦਾ, ਕਿਉਂਕਿ ਮੈਂ ਨਹੀਂ ਆ। ਜੇ ਪਰਸੋਨੀਫਾਈ ਕਰਾਂਗਾ ਤੇ ਫਿਰ ਮੈਂ ਬਿੰਦਾ ਲਾਵਾਂਗਾ। ਹਾਂਜੀ, for first person you will put the bindi. ਹਾਂਜੀ, if you're addressing somebody else it's not. Second and third person ਨਹੀਂ ਹੁੰਦਾ। ਸਾਧੋ ਮਨ ਕਾ ਮਾਨ ਤਿਆਗੋ। ਮਨ ਦਾ ਮਾਨ ਤਿਆਗਣਾ ਕੀ ਹੁੰਦਾ ਹੈ? ਅਸੀਂ ਇਸ ਟਰਮ ਤੇ ਗੱਲ ਕੀਤੀ ਹੋਈ ਹੈ ਕਿਸੇ ਹੋਰ ਕੰਟੈਕਸਟ ਵਿੱਚ, ਸ਼ਾਇਦ 2 ਤੋਂ ਜ਼ਿਆਦਾ ਵਾਰੀ। Does anyone remember what is ਤਿਆਗਣਾ? ਛੱਡ ਦੇਣਾ। ਛੱਡ ਦੇਣਾ। ਛੱਡ ਦੇਣੀ। Okay. What else? ਸਿਸਟਮ ਚੋਂ ਪਰਜ ਕਰ ਦੇਣਾ। ਪਰਜਿੰਗ। ਆਪਣੇ ਇੱਥੋਂ ਉਹਦਾ ਨੇਸਤੋ ਨਬੂਦ ਕਰ ਦੇਣਾ। ਅਸੀਂ ਜਿਹੜੀ, ਹਾਂ ਸੌਰੀ ਬੇਟਾ, can you exaggerate that? purge ਕਰ ਦੇਣਾ ਕੀ ਹੁੰਦਾ ਹੈ? yes, we are going to. ਜਿਸ ਤਰ੍ਹਾਂ ਮੈਂ ਅੱਗੇ ਵੀ ਮੈਂ ਇਹੀ ਐਗਜ਼ਾਮਪਲ ਲੈਣਾ, ਬਿਕੋਜ਼ ਇਟ ਹੈਪਨਡ ਵਿਦ ਮੀ। ਮੇਰੇ ਕੋਲ ਇੱਕ ਸ਼ਰਟ ਸੀ, ਅੱਜ ਇਸ ਗੱਲ ਨੂੰ ਕੋਈ 20 ਸਾਲ ਹੋ ਗਏ ਨੇ। ਮੈਂ ਕੰਪਨੀ ਤੋਂ ਲਈ ਸੀ ਤੇ ਪਲੈਡ ਸੀਗਾ, ਬੜਾ ਵਧੀਆ, ਐਂਡ ਨਾ ਉਹ ਘਸੀ ਨਾ ਉਹਨੂੰ ਕੁਝ ਹੋਇਆ। ਪਰ ਸਿਰਫ ਬੜੇ ਸਾਲ ਹੋ ਗਏ ਸਨ ਤੇ ਮੈਂ ਉਹਨੂੰ
ਸਾਲਵੇਸ਼ਨ ਕਰ ਦਿੱਤੀ। ਅੱਜ 20 ਸਾਲਾਂ ਬਾਅਦ ਵੀ ਮੈਂ ਯਾਦ ਕਰਦਾ ਕਿ ਮੇਰੀ ਉਹ ਸ਼ਰਟ ਸੀ। ਕੀ ਮੈਂ ਤਿਆਗਿਆ? ਨਹੀਂ ਤਿਆਗਿਆ। That's, you understand? Yeah. Sona? Got it. ਸੋ ਜਦੋਂ ਮੈਂ ਇਰੈਡੀਕੇਟ ਕਰਦਿਆਂ ਆਪਣੇ ਮੈਮਰੀ ਬੈਂਕ ਚੋਂ ਉਹ ਤਿਆਗਣਾ। ਹੁਣ ਮੈਂ ਕਹਿਣਾ ਜਿਹੜੇ ਜਿਸ ਦੀ ਗੁਰੂ ਸਾਹਿਬ ਗੱਲ ਕਰ ਰਹੇ ਨੇ, ਮਨ ਕਾ ਮਾਨ ਤਿਆਗੋ। ਮਨ का मान ਕੀ ਹੈ? अहंकार, हमें, egotism, ego, मैं मेरी, I me and mine, I-ness, ਇਹ ਹਮ। ਹੁਣ is this a correct statement ਕਿ ਲਓ ਜੀ ਗੁਰੂ ਪਿਆਰਿਓ ਮੈਂ ਆਪਣਾ ਮਾਨ ਤਿਆਗਤਾ ਜੇ? As long as you take credit for it, then nahi tyagya. Anyone else? We have to forget about it. Ego khatam kar dena chahiye. Ditta, give it from right hand and left hand ਨੂੰ ਪਤਾ ਵੀ ਨਹੀਂ ਚੱਲਣਾ ਚਾਹੀਦਾ। ਜਿਵੇਂ ਭੈਣ ਜੀ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਵੀ ਮੈਂ ਤਿਆਗਤਾ, it means you still attached to it. ਯਾਨੀ ਕਿ ਮੈਂ ਕਹਿਣਾ ਮੈਂ ਤਿਆਗਤਾ। ਤਿਆਗਣ ਤੋਂ ਬਾਅਦ ਜਿਹੜਾ ਰਿਮਾਈਂਡਰ ਹੈ ਉਹ ਤੇ ਨਹੀਂ ਨਾ ਗਿਆ ਹਲੇ। Word ਮੈਂ ਨਹੀਂ ਗਿਆ means ਮੈਂ ਤਿਆਗ ਗਿਆ। See? So ਉਸ ਲੈਵਲ ਤੱਕ ਤਿਆਗਣਾ ਹੈ ਕਿ ਮਨ ਕਾ ਮਾਨ ਤਿਆਗੋ। ਇਸ ਤਰ੍ਹਾਂ ਇਹ ਬਾਣੀ ਜਿਹੜੀ ਹੈ ਨਾ ਸਾਨੂੰ ਐਨਲਾਈਟਨ ਕਰਦੀ ਹੈ ਕਿ ਤੁਹਾਡੀ ਸਟੇਟ ਆਫ ਮਾਈਂਡ ਹੈ ਕੀ ਤੇ ਹੋਣੀ ਕੀ ਚਾਹੀਦੀ ਹੈ। ਕਾਮ, क्रोध, संगत, दुर्जन की। हुण जे मैं इत्थे काम जिहड़ा है वो भी औंकड़ है ते क्रोध भी औंकड़ है ते तत्ते नूं संगत दे सिहारी है। सो जे मैं इनू इदां पढ़दा कि काम ते क्रोध एंड कौमा कौमा करके संगत दुर्जन की, भैड़ी संगत तावी ठीक है। ते जे मैं इदां पढ़दा कि काम क्रोध संगत ते संगत दुर्जन की ते तावी ये ठीक होना चाहिए। ठीक है जी दिली दीवा। सो ईदर वे कामना, गुस्सा ਤੇ ਭੈੜੀ ਥਾਟ ਦੀ ਸੰਗਤ ਉਹ ਕਿਸੇ ਵੀ ਵਾਈਸ ਨਾਲ ਅਟੈਚ ਕਨੈਕਟ ਹੋ ਸਕਦੀ ਹੈ। ਤਾਂ ਤੇ ਅਹਨਿਸ ਭਾਗੋ। ਉਹ ਏਦਾਂ ਦੌੜੋ ਦੂਰੋਂ ਜਿੱਦਾਂ ਉਹ ਛੂਤ ਦੀ ਹੋਵੇ, ਜਾਂ ਜਿੱਦਾਂ ਅਸੀਂ ਡਰ ਕੇ ਦੌੜਦੇ ਹਾਂ ਕਿਸੇ ਕੋਲੋਂ, ਬਚ ਕੇ ਦੌੜਦੇ ਆ, ਆਪਣਾ ਆਪਾ ਬਚਾਨੇ ਆ। ਐ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ। ਦਿਲੀ ਦੀਵੇ ਦੇ ਬਾਰੇ ਸਾਰਿਆਂ ਨੂੰ ਪਤਾ ਹੈ, ਹਨਾ? ਇੱਥੇ ਫਿਰ ਤਾ ਤੇ ਹੋਏਗਾ, ਨਾਟ ਤਾਂ। ਬਹੁਵਚਨ। ਹਾਂਜੀ ਇਹ ਤਾਤੇ ਹੋਏਗਾ ਜੀ, ਠੀਕ ਹੈ, ਬਿਲਕੁਲ। ਕਿਉਂਕਿ ਉਦੋਂ ਤੇ ਜਦੋਂ ਬਸ ਉੱਥੇ ਬਿੰਦੀ ਲੱਗਦੀ ਹੈ, ਬਾਕੀ ਨਹੀਂ ਲੱਗਦੀ। ਸੌਰੀ, ਪੁਰਾਣੀਆਂ ਆਦਤਾਂ ਨੇ ਨਾ। ਤਾਤੇ ਅਹਨਸ ਭਾਗੋ। ਸੁਖ ਦੁੱਖ ਦੋਨੋਂ ਸਮ ਕਰ ਜਾਣਾ ਹੈ। ਇਹ ਜਿਹੜਾ ਟਰਮ ਹੈ ਨਾ, ਇਹ ਇੰਨੀ ਵਾਰੀ ਆਇਆ ਹੈ ਨੌਵੇਂ ਪਾਤਸ਼ਾਹ ਦੀ ਬਾਣੀ 'ਚ।
सुख दुख दोनों सम कर जाने और मान अपमान। असी किहदे च जीने आ, इन्हें मेरी बेइज्जती करती, इन्हें मेरी तारीफ की। लै मैं इन्ने सालों तो क्लास पढ़ा रहा, मैनू इन्हें टोकता, चल मैं इन्ना सियाणा, दाढ़ी मेरी चिट्टी ते इन्हें काली कीती हुई है, तां भी मैनू कहंदा पिया। चल मान अपमान, इन्हां दे विच ਜਿਹੜੀਆਂ ਬਿਹੇਵੀਅਰਲੀ ਥੋੜਾ ਜਿਹਾ ਫਰਕ ਹੈ ਜਿਹੜਾ ਮੈਨੂੰ ਸਮਝ ਆਇਆ ਸੀ। ਮਾਨ ਜਿਹੜਾ ਉਹ ਸੈਲਫ ਪ੍ਰਾਈਡ ਵਿੱਚ ਵੀ ਆਉਂਦਾ ਤੇ ਅਪਮਾਨ ਜਿਹੜਾ ਹੁੰਦਾ ਉਹ ਈਗੋਟਿਜ਼ਮ 'ਚ ਵੀ ਆ ਜਾਂਦਾ ਹੈ। ਮਾਨ ਜਿਹੜਾ ਉਹ ਵੀ ਈਗੋਟਿਜ਼ਮ 'ਚ ਆ ਜਾਂਦਾ, ਪਰ slightly there is a difference. I might not be able to explain it, ਪਰ ਮਾਨ ਤੇ ਅਪਮਾਨ ਇਹ ਦੋਵੇਂ ਇਕੱਠੇ ਆਉਂਦੇ ਆ। ਤੇ ਸੁਖ ਦੁੱਖ ਦੋਨੋਂ ਸਮ ਕਰ ਜਾਣੈ ਜਿਹੜਾ ਉਹ ਬਾਣੀ ਦੇ ਵਿੱਚ ਹੋਰ ਥਾਂ ਤੇ ਇੱਕ ਤੇ ਆਉਂਦਾ ਹੈ ਭਈ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਐ ਸੁਖ, ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਕਿਉਂਕਿ ਸੁੱਖ ਤੇ ਦੁੱਖ ਦੋ ਕੱਪੜੇ ਨੇ, ਇੱਕ ਬਦਲਦੇ ਹੋ ਦੂਜਾ ਪਾਉਂਦੇ ਹੋ। ਦੁੱਖ ਦਾਰੂ ਸੁੱਖ ਰੋਗ ਭਇਆ, ਤੇ ਪਾਤਸ਼ਾਹ ਕਹਿੰਦੇ ਨੇ ਕਿ ਇਹਨਾਂ ਨੂੰ ਬਰਾਬਰ ਸਮਝ। ਹੁਣ ਅਸੀਂ ਜਦੋਂ ਸੁਖੀ ਹੁੰਨੇ ਆ ਤੇ ਜਨਮੇ ਕੇ ਵਜੇ ਵਜਾਏ, ਜਨਮੇ ਕੇ ਵਾਜੇ ਵਜਾਏ ਤੇ ਸੋਹਲੜੇ ਅਗਿਆਨੀ ਗਾਏ। ਜਦੋਂ ਨਿਆਣਾ ਜੰਮਿਆ ਸਾਡੇ ਘਰ ਮੁੰਡਾ, ਤੇ ਅਸੀਂ ਕਿਹਾ ਵਾਜੇ ਵਜਾਓ, ਇਹ ਕਰੋ ਉਹ ਕਰੋ, ਤੇ ਜਦੋਂ ਕੋਈ ਤੁਰ ਗਿਆ ਸਾਡੇ ਘਰੋਂ ਤੇ ਕਿਹਾ ਸੋਹਲੇ ਗਾ ਲਓ। ਨਾ ਜਾਣ ਦਾ ਫਰਕ ਹੋਵੇ, ਨਾ ਆਉਣ ਦਾ ਫਰਕ ਹੋਵੇ, ਜਿਹੜਾ ਬੈਲੈਂਸਡ ਵੇ ਆਫ ਥਿੰਕਿੰਗ ਹੈ ਸਪਿਰਿਚੁਅਲਿਟੀ ਉਹਨੂੰ ਰეკਮੈਂਡ ਕਰਦੀ ਹੈ। ਗੁਰੂ ਸਾਹਿਬ ਉਹ ਕਹਿੰਦੇ ਨੇ ਇਹ ਕਰੋ। ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ, ਹਰਖ ਸੋਗ ਸੇਮ, ਤੇ ਰਹਿ ਅਤੀਤਾ। ਅਤੀਤਾ ਹੁੰਦਾ ਪਰੇ, ਨਿਰਲੇਪ, ਅਨਟਚਡ, ਅਨਕਨਸਰਨਡ। ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਉਹਨੇ ਇਸ ਅਸੈਂਸ ਨੂੰ, ਦੁਨੀਆ ਦੇ ਜਿਹੜੀ ਸਪਿਰਿਚੁਅਲ ਵਰਲਡ ਹੈ ਉਹਦੇ ਅਸੈਂਸ ਨੂੰ ਪਛਾਣ ਲਿਆ, ਜਿਹੜਾ ਹਰਖ ਤੇ ਸੋਗ ਤੋਂ ਪਰੇ ਰਿਹਾ, ਹੈਪੀਨੈਸ ਐਂਡ ਸੋਰੋ ਤੋਂ, ਤੇ ਸੁੱਖ ਤੇ ਦੁੱਖ ਤੋਂ, ਮਾਨ ਤੇ ਅਪਮਾਨ ਤੋਂ। ਉਸਤਤ ਅਗੇਨ ਨਿੰਦਾ, ਦੋਵੇਂ ਐਕਸਟ੍ਰੀਮਸ ਲਈਆਂ ਹੋਈਆਂ ਨੇ। ਉਸਤਤ ਨਿੰਦਾ ਦੋ ਤਿਆਗੈ। ਹੁਣ ਜਦੋਂ ਅਸੀਂ ਤਿਆਗੋ ਦੀ ਗੱਲ ਕਰਦੇ ਹਾਂ, ਮਨ ਕਾ ਮਾਨ ਤਿਆਗੋ, ਉਸੇ ਤਰ੍ਹਾਂ ਹੀ ਉਸਤਤ ਤੇ ਨਿੰਦਾ ਨੂੰ ਮੈਂ ਤਿਆਗਣਾ ਹੈ। ਤੇ ਮੈਂ ਪਰਸੋਨੀਫਾਈ ਕਰਾਂਗਾ ਬਾਣੀ ਸਾਰੀ ਨੂੰ ਨਾ, ਮੈਨੂੰ ਕੀ ਲੱਗੇ ਕਿਸੇ ਤੇ ਕੀ ਹੁੰਦਾ, ਮੈਂ ਤੇ ਆਪਣੇ ਤੇ ਘਟਾਉਣੀ ਹੈ, ਕਿਉਂਕਿ ਮੈਂ ਸਚਿਆਰ ਬਣਨਾ। ਤੇ ਉਸਤਤ ਨਿੰਦਾ ਦੋ ਤਿਆਗੇ, ਖੋਜੈ ਪਦ ਨਿਰਬਾਣਾ। ਇਹ ਜਿਹੜਾ ਨਿਰਵਾਣ ਟਰਮੀਨੋਲੋਜੀ ਹੈ ਇਹ ਬੁੱਧਿਜ਼ਮ ਚੋਂ ਆਈ ਹੈ। ਨਿਰਵਾਣ ਮੀਨਸ ਜੋ ਮੁਕਤ ਕਹਿੰਦੇ ਆ ਜਿਸ ਤਰ੍ਹਾਂ ਅਸੀਂ, ਪਰ ਸਾਡਾ ਜਿਹੜਾ ਨਿਰਵਾਣ ਉਹ ਹੈਗਾ ਸਹਿਜ ਅਵਸਥਾ 'ਚ ਵਿਚਰਨਾ। ਸੋ ਉਸਤਤ ਨਿੰਦਾ ਦੋ ਤਿਆਗ ਹੈ। ਹੁਣ ਇਹਨੂੰ ਫੇਰ ਤਿਆਗ ਦੇ, ਨਾ ਤੂੰ ਕਿਸੇ ਦੀ ਤਾਰੀਫ ਕਰ ਤੇ ਨਾ ਕਿਸੇ ਦੀ ਨਿੰਦਾ ਕਰ। ਇਹੀ ਕੰਮ ਔਖਾ ਮੇਰੇ ਲਈ, ਕਿਉਂਕਿ ਇਹ ਜਿਹੜੀਆਂ ਦੋ ਚੀਜ਼ਾਂ ਨੇ ਨਾ, ਇਹ ਮੈਨੂੰ ਸੋਸ਼ਲ ਐਨੀਮੈਲਿਟੀ ਤੋਂ ਪਰੇ ਲੈ ਜਾਣਗੀਆਂ। ਮੈਂ ਸੋਸ਼ਲ ਆ ਬੜਾ, ਉਹ ਮਾਨ ਅਪਮਾਨ ਉੱਥੇ ਨਹੀਂ ਹੁੰਦਾ, ਉਹ ਮੈਨੂੰ ਫੀਲ ਹੁੰਦਾ ਇਨਸਾਈਡ। ਇਹ ਉਸਤਤ ਤੇ ਨਿੰਦਾ ਜਿਹੜੀ ਨਾ, ਇਹ ਇਨਸਾਈਡ ਨਹੀਂ ਹੈ, ਬਾਹਰ ਦੀ ਹੈ, ਐਕਸਟਰੋਵਰਟ।
ਜਦੋਂ ਮੈਂ ਕਹਿੰਦਾ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੋਰਸ। ਉਹ ਇਹ ਭੈਣ ਜੀ ਤੇ ਬਹੁਤ ਵਧੀਆ ਕਹਿੰਦੇ ਹਾਂਜੀ ਬਸ ਵੀਰ ਜੀ ਤੁਹਾਡਾ ਹੀ ਸਾਰਾ ਹੈ। ਚੱਲ ਨਿੰਦਾ ਲੱਕੀ ਦਾ ਨਾਂ ਲੈ ਲਿਆ ਯਾਰ, ਮੂਡ ਹੀ ਖਰਾਬ ਹੋ ਗਿਆ। ਉਹਦਾ ਨਾਂ ਨਾ ਲਿਆ ਪਲੀਜ਼। ਮੈਂ ਤੁਹਾਨੂੰ ਅੱਗੇ ਵੀ ਕਿੰਨੀ ਵਾਰੀ ਕਿਹਾ ਇਸ ਬੰਦੇ ਦਾ ਨਾਂ ਨਾ ਲਿਆ, ਮੈਨੂੰ ਸਨ ਕੱਪੜੀਆਂ ਅੱਗ ਲੱਗ ਜਾਂਦੀ ਹੈ। ਮੈਂ ਆਪਣੀ ਆਬਜ਼ਰਵੇਸ਼ਨ 'ਚ ਦੇਖਿਆ ਕਿ ਜਦੋਂ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਪਾਰਟੀ ਤੇ ਗਿਆ, ਜੇ ਤੇ ਮੈਂ ਚੁੱਪ ਕਰਕੇ ਬਹਿ ਗਿਆ ਤੇ ਉਹ ਕਹਿੰਦੇ ਨੇ ਗੁਣਵੱਟਾ ਬਣ ਗਿਆ, ਥੁੰਨਵੱਟਾ ਬਣ ਗਿਆ, ਇਹਨੂੰ ਗੱਲ ਨਹੀਂ ਕਰਨੀ ਆਉਂਦੀ। ਜੇ ਮੈਂ ਬੋਲਦਾ ਤੇ ਮੇਰੇ ਕੋਲ ਦੋ ਹੀ ਜੁਜ਼ ਨੇ, ਜਾਂ ਮੈਂ ਕਿਸੇ ਦੀ ਤਾਰੀਫ ਕਰਾਂ, ਪਾਰਟਿਸਿਪੇਟ ਕਰਾਂ, ਜਾਂ ਮੈਂ ਕਿਸੇ ਦੀ ਨਿੰਦਾ ਕਰਾਂ। ਸੋ ਦੋਵੇਂ ਹੀ ਚੀਜ਼ਾਂ ਜਿਹੜੀਆਂ ਨੇ, ਔਰ ਤੁਸੀਂ ਦੇਖੋ ਕਿ ਪਾਰਟੀ ਚੋਂ ਮੈਂ ਬਾਹਰ ਨਹੀਂ ਜਾ ਸਕਦਾ। ਆਈ ਕੈਨ ਨਾਟ ਰੈਫਰੇਨ ਗੋਇੰਗ ਦੇਅਰ। ਤੇ ਜੇ ਮੈਂ ਜਾਣਾ ਤੇ ਇਹ ਦੋ ਚੀਜ਼ਾਂ ਹੁੰਦੀਆਂ, ਤੇ ਜੇ ਮੈਂ ਉਹਨਾਂ 'ਚ ਪਾਰਟਿਸਿਪੇਟ ਨਹੀਂ ਕਰਦਾ ਤੇ ਆਈ ਐਮ ਸਿੰਗਲਡ ਆਊਟ, ऑड मैन आउट। उस्तत निंदा दो त्यागे खोजै पद निर्बाना। खोजै बंदे खोज दिल हर रोज, ना फिर परेशानी माए। जन नानक एक खेल कठिन है, इट्स टफ, इट्स नॉट इम्पॉसिबल बट इट्स डिफिकल्ट। किन्हू गुरमुख जाना, गुरु वाला बन जाए, गुरु वाल पासे मूँह कर लवें, गुरु नू पुछ लै ते तैनू पता लग जाएगा। Any inputs? फिर आप अगे चलिए नहीं थे। Would this state be considered सहज state? हाँ जी, जड़ी आफ्टर, यदि आफ्टर जिथे जिधर नू एक स्टीयर कर रहे ने पातशाह, वो सहज है, ना लथी दी ना चढ़ी दी। अच्छा जेड़ा दुर्जन आ ਇਹ ਕਿਦਾਂ ਬੰਦੇ ਦਾ ਨੁਕਸਾਨ ਕਰਦਾ? ਆਹੋ, ਇੱਕ ਜਨ ਹੈ ਤੇ ਇੱਕ ਦੁਰਜਨ ਹੈ। ਹਾਂਜੀ, ਕਰੋ ਨਾ ਕਿਰਪਾ, ਦੱਸੋ ਨਾ। ਤੁਸੀਂ ਦੱਸੋ ਨਾ ਦੂਜੇ ਕਿਦਾਂ ਡੈਮੇਜ ਕਰਦਾ। ਕਿਉਂ ਜੀ ਹਰਕੇਵਲ ਸਿੰਘ ਜੀ? ਸੰਗਤ ਤੇ ਕੁਸੰਗਤ ਦਾ ਫਰਕ ਤਾਂ ਪੈਂਦਾ ਜੀ ਇਨਸਾਨ ਦੀ ਆਤਮਿਕ ਅਵਸਥਾ ਦੇ। ਪਾਤਸ਼ਾਹ ਕਹਿੰਦੇ ਨੇ ਮੇਰੀ ਸੰਗਤ ਸੋਚ ਪੋਚ ਦਿਨ ਰਾਤੀ ਤੇ ਮੇਰਾ ਕਰਮ ਕੁਟਿਲਤਾ। ਜਿਹੜੀ ਸੰਗਤ ਮੇਰੀ ਸੋਚਾਂ ਦੀ ਹੋਏਗੀ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਪਾਏ। ਬॉटम लाइन, ठीक है ना जी। चलिए अगे। अच्छा ਜਿਹੜਾ ਦੁਰਜਨ ਆ ਤੇ ਮੈਂ ਸੋਚ ਰਿਹਾ ਸੀ ਇਹ ਬੰਦੇ ਦੀ ਜਿਹੜੀ ਥਿੰਕਿੰਗ ਲੈਂਡਸਕੇਪ ਹੈ ਨਾ ਉਹਨੂੰ ਚੇਂਜ ਕਰਦਾ। ਕਿ ਜਦੋਂ ਦੁਰਜਨ ਜਿਹੜੀ ਗੱਲ ਕਰ ਰਿਹਾ ਵਾ, ਜਦੋਂ ਉਹ ਮੇਰੇ ਅੰਦਰ ਪ੍ਰਵੇਸ਼ ਕਰੇਗੀ ਤੇ ਫਿਰ ਉਹਨੂੰ ਜਿਹੜੀ ਉਹਨੇ ਗੱਲ ਕੀਤੀ ਆ ਉਹ ਮੇਰੇ ਤੇ ਪ੍ਰਭਾਵ ਕਰੇਗੀ ਤੇ ਉਹ ਪ੍ਰਭਾਵ ਫਿਰ ਫਰਦਰ ਜਾ ਕੇ ਤੇ going to do action. So the action I'm doing from the bad advice, you're going to have a setback. So then I'm going to suffer the consequences. Yeah, that's the way it is. दुर्जन मारे ऐसे करके मालक ने किया बैरी संगारे। हर ਉਹ ਸੋਚ ਜਿਹੜੀ ਮਾੜੀ ਹੈ ਮੈਨੂੰ, ਕਿਉਂਕਿ ਜੋ ਜੈਸੀ ਸੰਗਤ ਕਰੇ ਹੈ ਨਾ, ਸੋ ਮੈਨੂੰ ਉਹ ਤੋਂ ਬਚਣਾ ਪਏਗਾ। ਅੱਛਾ, ਹੁਣ ਜਿਹੜੀ ਉਸਤਤ ਨਿੰਦਾ ਦੀ ਗੱਲ ਕਰਦੇ ਹਾਂ, ਹੁਣ ਅਸੀਂ ਗੁਰੂ ਸਾਹਿਬ ਦੀ ਉਸਤਤ ਕਰਦੇ ਹਾਂ, ਰੱਬ ਦੀ ਵੀ ਉਸਤਤ ਕਰਦੇ ਹਾਂ। ਅਸੀਂ ਮੈਨੂੰ ਇੰਝ ਲੱਗਦਾ ਵੀ ਇਹ ਜਿਹੜੀ ਉਸਤਤ ਨਿੰਦਾ ਦਾ ਚੱਕਰ ਹੈ ਨਾ, ਇਹ ਸਾਡਾ ਬੰਦਿਆਂ ਦਾ ਕੰਮ ਆ।
ਇਹ ਅਸੀਂ ਮਨੁੱਖਾਂ ਦੀ ਉਸਤਤ ਨਹੀਂ ਕਰਨੀ ਤੇ ਨਾ ਹੀ ਕਿਸੇ ਦੀ ਨਿੰਦਾ ਕਰਨੀ। ਤੇ ਜੇ ਪਰਮਾਤਮਾ ਦੀ ਸਿਫਤ ਸਲਾਹ ਹੋਵੇ, ਉਸਤਤ ਹੋਵੇ, so that's a different aspect. ਨਹੀਂ, ਪਾਤਸ਼ਾਹ ਦੀ ਤੇ ਉਸਤਤ ਹੀ ਉਸਤਤ ਹੈ ਨਾ। ਤੇਰੇ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਉਹਦੀ ਤੇ ਨਿੰਦਾ ਕੋਈ ਨਹੀਂ ਹੈਗੀ। ਹਾਂ, ਜਦੋਂ ਮੈਂ ਸਾਕਤ ਮਤੀਆ ਬਣ ਜਾਣਾ, ਦੇਖੋ ਜੀ ਮੈਂ ਸਾਰੀ ਉਮਰ ਸੇਵਾ ਕੀਤੀ ਇਸ ਗੁਰਦੁਆਰੇ, ਪਰ ਪਤਾ ਨਹੀਂ ਮੈਂ ਮਹਾਰਾਜ ਦਾ ਕੀ ਵਿਗਾੜਿਆ ਸੀ। ਕਈ ਇੱਥੋਂ ਤੱਕ ਵੀ ਕਹਿ ਦਿੰਦੇ ਆ ਪਤਾ ਨਹੀਂ ਕਿਹੜੇ ਰੱਬ ਦੇ ਮਾਂ ਮਾਰੇ ਸੀ, ਏਦਾਂ ਦੀਆਂ ਗੱਲਾਂ ਵੀ ਕਹਿ ਜਾਂਦੇ ਹਾਂ ਅਸੀਂ। ਉਹ ਫਿਰ ਜਦੋਂ ਮੈਂ ਡਿਵੀਏਟ ਹੋ ਗਿਆ ਜਾਂ ਐਸਟਰੇ ਚਲਾ ਗਿਆ ਜਾਂ ਅਗੇਂਸਟ ਹੋ ਗਿਆ, ਉੱਥੇ ਫਿਰ ਮੈਂ ਨਿੰਦਕ ਬਣ ਗਿਆ। ਪਰ ਉਹ ਸ਼ਾਇਰ ਕਹਿੰਦਾ ਵੀ ਸ਼ਰਮ ਆਤੀ ਹੈ ਯਾਰ ਕੋ ਭਾਵੇਂ ਦੁਨੀਆ ਚੋਂ ਆ, ਭਾਵੇਂ ਮੈਂ ਸਪਿਰਿਚੁਅਲਿਟੀ ਚੋਂ ਆ, शर्म आती है यार को बेवफा कहूं, अच्छा कहा है जिसको उसको बुरा कहूं। कहता गल ते मेरे ते आएगी ना कि तैनू अकल नहीं सी। कहता मैंने तो शर्म आती है, मैं नहीं कह सकता। पर वो भी एक एथिक्स दा पार्ट है, स्पिरिचुअल एथिक्स दा, कि नहीं मैं इनू नहीं कहना। एक होर शब्द करिए जी। अच्छा, one more thing. ਅੱਛਾ, ਜਿਹੜਾ ਸੁੱਖ ਦੁੱਖ ਆ, ਹਰਕਸ ਆ, ਉਸਤ ਨਿੰਦਿਆ ਵਾ, ਜੇ ਇਹਨਾਂ ਤੋਂ escape ਕਰਨਾ ਵਾ ਮਨੁੱਖ ਨੇ, ਤੇ ਇਹਨੂੰ ਜਿਹੜਾ ਭਗਤ ਵਾਲਾ ਪਦ ਆ, ਉਹ ਜਿੰਨਾ ਚਿਰ ਨਹੀਂ ਅਚੀਵ ਕਰਦਾ, ਉਹਨਾਂ ਚਿਰ ਉਹ ਉੱਥੇ ਨਹੀਂ ਪਹੁੰਚੇਗਾ। ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ। I have to become the devotee, true devotee of the Vaheguru Ji, to negate all the facts, to take my vigas, take away my vigas. So I think, if I'm not Bhagat, I cannot escape from this. ਇਹਦੇ ਚ ਦੋ ਗੱਲਾਂ ਨੇ। ਭਗਤ ਸੰਪੂਰਨਤਾ ਨੂੰ ਪਹੁੰਚਣਾ ਤੇ ਭਗਤੀ ਤੇ ਰਾਹ ਤੇ ਤੁਰਨਾ। ਆਈ ਹੈਵ ਟੂ ਪਲਾਨ ਮਾਈ ਐਕਸ਼ਨ। ਦਿਸ ਇਜ਼ ਵਾਟ ਆਮ ਗੋਇੰ ਟੂ ਡੂ। ਮੇਰੇ ਕੋਲ ਇਹ GPS ਹੈ, ਇੱਥੇ ਮੈਂ ਜਾਣਾ ਹੈ। ਫਿਰ ਉਹਦੇ ਰਸਤੇ 'ਚ ਜਿਹੜੀਆਂ ਰੁਕਾਵਟਾਂ ਨੇ, ਮੈਂ ਰੁਕਣਾ ਕਿ ਨਹੀਂ ਰੁਕਣਾ। should I take a break or I shouldn't? should I take a break but not deviate? ਉਹ ਸਾਰੀਆਂ ਸੋਚਾਂ ਮੇਰੀਆਂ ਨੇ, ਤੁਰ ਪਿਆ ਵਾਂ ਮੈਂ। ਇਹ ਆਤਮਿਕ ਵਿਗਿਆਨੀ ਜਿਹੜੇ ਨੇ, ਮਨੋਵਿਗਿਆਨੀ, ਉਹਨਾਂ ਦਾ ਇਹ ਸੋਚਣਾ ਹੈ ਕਿ ਮੈਨੂੰ ਆਪਣੀ ਐਕਸ਼ਨ ਪਲਾਨ ਤਿਆਰ ਕਰਨੀ ਪਏਗੀ। ਜਿਸ ਤਰ੍ਹਾਂ ਇਹ ਐਕਸ਼ਨ ਪਲਾਨ ਦੇ ਲਈ ਸਵਾਲ ਹੈ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੈ ਪਾਲ। ਤੇ ਇੱਕਦਮ ਜਿਹੜਾ ਰਾਹ ਫੜਨਾ ਮੈਂ, ਉਹ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇੱਕਦਮ। ਉਸ ਤੋਂ ਬਾਅਦ ਫਿਰ ਮੈਂ ਤੁਰਨਾ ਹੈ, ਸੁਣਨਾ ਹੈ। ਹੁਣ ਪਹਿਲੇ ਮੈਨੂੰ ਕਿਉਂ ਕਿਹਾ ਗਿਆ ਕਿ ਤੂੰ ਸੁਣ? ਭਗਤ ਬਣਨ ਦੇ ਲਈ ਮੈਨੂੰ ਸੁਣਨਾ ਬਹੁਤ ਜ਼ਰੂਰੀ ਹੈ। ਮੈਨੂੰ ਤੇ ਸੁਣਨਾ ਆਉਂਦਾ ਹੀ ਨਹੀਂ। ਮੈਂ ਜਿਹੜੀ ਗੱਲ ਜਿੱਥੋਂ ਮੈਂ ਜਿਹੜਾ ਮੇਰਾ ਫਿਰ ਵਾਪਸ ਨਹੀਂ ਮੈਂ ਜਾਣਾ ਚਾਹੁੰਦਾ ਕਿ ਇੰਨੇ ਸਾਲ ਮੈਂ ਪਾਠ ਸੁਣਿਆ, ਅਖੰਡ ਪਾਠ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਪਰ ਮੈਂ ਸੁਣੀ ਨਹੀਂ। ਮੈਂ ਉਹਨਾਂ ਬਜ਼ੁਰਗਾਂ ਚੋਂ ਜਾਂ ਸੈਲਫ ਸੈਂਟਰਡ ਵਿੱਚੋਂ ਜਿਹੜੇ ਘਰੋਂ ਚੱਲੇ ਗਰੋਸਰੀ ਲਿਸਟ ਲੈ ਕੇ, ਹਾਂ ਮੈਨੂੰ ਯਾਦ ਹੈ, ਤੇ ਉਹ ਕਹੀ ਜਾਂਦੀ ਹੈ ਘਰੋਂ, ਭਈ ਦੇਖ ਲੈ ਫਿਰ ਤੈਨੂੰ ਭੁੱਲ ਜਾਣਾ ਆ, ਤੂੰ ਕੁਛ ਚੱਕ ਲਿਆਣਾ। ਮੈਂ ਕਹਿਣਾ ਨਹੀਂ ਮੈਂ ਨਹੀਂ ਬੇਵਕੂਫ ਹਾਂ। ਤੇ ਫਿਰ ਉਹੀ ਗੱਲ ਹੁੰਦੀ। ਤੇ ਫਿਰ ਮੈਂ ਉਹਨੂੰ ਨਹਿਲੇ ਤੇ ਦਹਿਲਾ ਕਿਵੇਂ ਮਾਰਦਾ, ਲੈ ਫਿਰ ਕੀ ਹੋ ਗਿਆ ਜੇ ਸ਼ੈ ਆ ਗਈ ਤੇ ਮਰਦੀ ਪਈ ਹੈ ਤੂੰ, ਅਗਲੀ ਵਾਰੀ ਜਾਵਾਂਗਾ ਉਹ ਵੀ ਲੈ ਆਵਾਂਗਾ। ਆਪਣੀ ਗਲਤੀ ਨਹੀਂ ਮੰਨਣੀ ਮੈਂ। ਸੋ ਮੈਨੂੰ ਤਿਆਰੀ ਕਰਨੀ ਪਏਗੀ, ਮੈਨੂੰ ਫੋਕਸ ਕਰਨਾ ਪਏਗਾ ਕਿ ਮੈਂ ਕਿਹੜੇ ਪਾਸੇ ਜਾਣਾ ਹੈ।
ਤੇ ਕਨੈਕਟੀਵਿਟੀ ਜਿਹੜੀ ਹੈ ਉਹ ਮੇਰੇ ਲਈ ਹਰ ਵੇਲੇ ਜ਼ਰੂਰੀ ਹੈ। ਭਗਤੀ ਮਾਰਗ ਹੀ ਇਹ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਖੋ ਵੱਡ ਭਾਗੀ ਪਾਏ। ਹਾਂ, ਜਿੱਦਾਂ ਗੁਰੂ ਸਾਹਿਬ ਕਹਿੰਦੇ ਵੀ ਗਿਆਨੀ ਗੁਰਬਿਨ ਭਗਤ ਗੁਰਬਿਨ ਗਿਆਨ ਹੋਏ, ਗੁਰਬਿਨ ਭਗਤ ਨਾ ਹੋਏ। ਅੱਛਾ, ਹੁਣ ਗੁਰੂ ਤੋਂ ਬਗੈਰ ਭਗਤ ਦਾ ਇੱਥੇ ਮਤਲਬ ਭਗਤ ਆ ਭਗਤੀ, ਕਿ ਜਿੰਨਾ ਚਿਰ ਤੈਨੂੰ ਪੂਰਾ ਗੁਰੂ ਨਹੀਂ ਨਾ ਮਿਲਦਾ ਉਹਨਾਂ ਚਿਰ ਤੇਰੇ 'ਚ ਸੁਧਾਰ ਨਹੀਂ ਹੋਣਾ। ਓਕੇ, ਜਦੋਂ ਤੇਰੇ ਸੁਧਾਰ ਆਵੇਗਾ ਤੇ ਨਾਲ ਦੀ ਨਾਲ ਤੇਰੇ ਵਰਚੂ ਵੀ ਡਿਵੈਲਪ ਹੋਣੇ ਚਾਹੀਦੇ ਆ। You should have, develop or create or live virtues. ਜਦੋਂ ਤੇਰੇ 'ਚ ਸੁਧਾਰ ਆ ਗਿਆ, ਤੂੰ ਵਰਚੂਸ ਬਣ ਗਿਆ, ਤੇ ਫਿਰ ਤੂੰ ਵਿਕਾਸ ਵਾਲਾ ਜਿਹੜਾ ਪਲੇਟਫਾਰਮ ਹੈ ਨਾ ਉਹ ਤੂੰ ਫਿਰ ਸੈੱਟ ਕਰ ਲਵੇਂਗਾ। ਸੋ ਗੁਰੂ ਤੋਂ ਬਗੈਰ ਮਨੁੱਖ ਸੁਧਾਰ ਨਹੀਂ ਆ ਸਕਦਾ। ਭਗਤੀ ਦਾ ਲਿਟਰਲੀ ਮਤਲਬ ਮੈਂ ਸਮਝਦਾ ਇਹ ਨਹੀਂ ਗਾ ਕਿ ਤੁਸੀਂ ਬੇਸਮਣੇ ਜਾਓ, ਚੌਂਕੜਾ ਮਾਰੋ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਸਾਰੀ ਦਿਹਾੜੀ। ਭਗਤੀ ਦਾ ਮਤਲਬ ਇਹ ਹੈ ਕਿ ਜਿੰਨਾ ਚਿਰ ਮਨੁੱਖ ਦੇ ਜੀਵਨ ਸੁਧਾਰ ਨਹੀਂ ਹੁੰਦਾ, ਉਹ ਗੁਣਵਾਨ ਨਹੀਂ ਬਣਦਾ, ਤੇ ਉਹਦੀ ਜਿਹੜੀ ਪਰਮਾਤਮਾ ਦੀ ਅਵੇਅਰਨੈਸ ਵਿੱਚ ਜਿੰਨਾ ਚਿਰ ਨਹੀਂ ਰਹਿੰਦਾ, ਉਹਨਾਂ ਚਿਰ ਉਹਨੂੰ ਵਿਕਾਸ ਉਹਦੇ ਕਰਮਾਂ 'ਚ ਨਹੀਂ ਹੈ। ਭਾਗਾਂ 'ਚ। I think we have talked about it in details while we were doing ਸੁਣਿਆ ਤੇ ਮੰਨਿਆ। ਕਿਉਂਕਿ ਸੁਣਨਾ ਸਾਨੂੰ ਉਦੋਂ ਹੀ, ਪੜ੍ਹਨਾ ਤੇ ਚਲੋ ਅਸੀਂ ਪੜ੍ਹ ਲਿਆ, ਪੜ੍ਹਨਾ ਸੁਣਨਾ ਜਿਹੜਾ ਹੈ, ਪੜ੍ਹਨਾ / ਸੁਣਨਾ ਹੈ। ਪਰ ਸੁਣਨ ਤੋਂ ਬਾਅਦ ਜੇ ਮੈਨੂੰ ਹੁਣ ਜਿਸੇ ਕਹਿੰਦਾ ਤੁਸੀਂ ਕਿਹਾ ਮਨ ਤੇ ਸੁਧਾਰ ਉਦੋਂ ਆਏਗਾ ਜਦੋਂ ਮੈਨੂੰ ਅੰਡਰਸਟੈਂਡਿੰਗ ਆਏਗੀ, ਉਹਦਾ ਮਹਿਨਾ ਸਮਝ ਆਏਗਾ ਕਿ ਮੈਂ ਕੀ ਸੁਣਿਆ। ਸੇਮ ਐਨਾਲੋਜੀ ਕਿ ਮੈਨੂੰ ਉਹਨਾਂ ਨੇ ਕਿਹਾ ਲਿਸਟ 'ਚ ਲੈ ਕੇ ਆਈ, ਤੇ ਮੈਂ ਘਰੋਂ ਤੁਰ ਪਿਆ, ਤੇ ਮੈਨੂੰ ਜੇ ਇਹ ਨਹੀਂ ਪਤਾ ਕਿ ਕਿਹੜਾ ਬ੍ਰਾਂਡ ਲੈ ਕੇ ਆਉਣਾ ਹੈ ਪ੍ਰੋਡਕਟ ਦਾ, ਤੇ ਮੈਂ ਤਾਂ ਵੀ ਭੁਲੇਖਾ ਖਾ ਜਾਵਾਂਗਾ। ਸੋ I have to understand, and then I have to assimilate that understanding, then implication. ਜਦੋਂ ਤੱਕ ਮੈਂ ਇੰਪਲਾਈ ਨਹੀਂ ਕਰਾਂਗਾ, ਮੈਂ ਗੁਰੂ ਦੇ ਰਾਹ ਤੇ ਨਹੀਂ ਤੁਰਾਂਗਾ, ਜਾਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਵੀ ਨਹੀਂ ਬਣਾਂਗਾ। ਕਿਉਂਕਿ ਗੁਰਬਾਣੀ ਸੁਣ ਮੈਲ ਗਵਾਏ। ਸੁਣਨਾ ਜਦੋਂ ਆਇਆ ਤੇ ਉਹ ਸਿਰਫ ਸੁਣਨਾ, ਮੈਂ ਇਹ ਸਮਝਿਆ ਕਿ ਮੈਂ ਰੇਡੀਓ ਔਨ ਕਰ ਲਾਂ, TV ਔਨ ਕਰ ਲਾਂ, ਉਹ ਸੁਣਨਾ ਨਹੀਂ ਕਿਹਾ। ਉਹ ਸੁਣਨਾ ਹੈ ਕਿ ਗੁਰਬਾਣੀ ਸੁਣ, ਮੇਰਾ ਜੋ ਤੁਸੀਂ ਕਿਹਾ ਕਰ ਸਿੰਘ ਜੀ, ਮੇਰਾ ਮਨ ਦਰਵਿਆ। ਇੱਕੋ ਲੈਂਡਮਾਰਕ ਦੇ ਦਿੱਤਾ ਗੁਰੂ ਸਾਹਿਬ ਨੇ, ਜਾਂ ਚੈੱਕਲਿਸਟ। ਮਨ ਭੀਨਾ, ਪਹਿਲੇ ਹੋਇਆ ਮੇਰਾ ਮਨ ਦਰਵਿਆ, ਫਿਰ ਆਇਆ ਮੇਰਾ ਮਨ ਭੀਨਾ, ਤੇ ਫਿਰ ਮਨ ਭੀਨਾ ਨਿਜ ਘਰ ਆਵੇਗੋ। ਸਾਰੀਆਂ ਗੱਲਾਂ ਕਵਰ ਹੋ ਗਈਆਂ ਨਾ। ਸੋ ਭਗਤੀ ਮਾਰਗ ਦੇ ਵਿੱਚ ਇਹ ਜ਼ਰੂਰੀ ਹੈ, ਪਰ ਬੇਸ ਜਿਹੜਾ ਉਹ ਸੁਣਨਾ ਹੈ। ਹਰਕੇਵਲ ਜੀ ਕਿਰਪਾ ਕਰੋ ਅਗਲਾ ਸ਼ਬਦ ਪੜ੍ਹ ਲਓ। ਇਹ ਬਸ ਸ਼ੁਰੂ 'ਚ ਸਾਨੂੰ ਟਾਈਮ ਲੱਗਣਾ, ਕਿਉਂਕਿ ਇਹ ਹਰਖ, ਸੋਗ, ਉਸਤਤ, ਨਿੰਦਾ ਇਹਨੇ ਬਾਰ-ਬਾਰ ਆਈ ਜਾਣਾ। ਹੁਣ ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ ਰਹਾਉ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਵਿਸਰਾਈ, ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿਨਾਈ। ਜੋ ਦੀਸੈ ਸੋ ਸਗਲ ਵਿਨਾਸੈ, ਜਿਉ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਵਾਹਿਗੁਰੂ ਜੀ।
हाँ जी, करो कृपा, कैरी ऑन, वी कैन डू इट। जी, मैं शब्द अर्थ कर दिना जी, ते भाव अर्थ तुसी देख लियो। साधो ए साध जनों, ए भाई अवीरो, रचना राम बनाई। ये सारी जिहड़ी रचना इस परमात्मा ने बनाई हुई है, तैयार की है। ये बड़ी आश्चर्य है। एक बिनसै एक अस्थिर माने, अचरज लखियो ना जाई। एक बिनसै, एक जिहड़ा इंसान जदों जीवन के चलिया जाता है, तो दूसरा उसनूं देख के भी फिर भी ये सोचदा कि मैं नहीं मरना, मैं स्थिर ही हाँ, अपने आप को स्थिर समझदा। ते गुरु साहब कहंदे इस तरह का अचरज जिहड़ा हैगा वो बयान नहीं किया जा सकता। ईवन के इंसान देखते हुंदे भी उसनूं अणदेखिया कर दिंदा। काम क्रोध मोह बस प्राणी, हर मूरत विसराई। ये काम क्रोध मोह दे वस हो के प्राणी जिहड़ा जीव हैगा, हर मूरत, हरि दी मूरत, हरि दा जिहड़ी असलीयत आ उसनूं विसारी रखदा है। झूठा तन साचा कर मानियो, जो सुपना रहनाई। जिवें सुपना सानूं रात नूं जदों सुपना लैंदे आ, सानूं बिल्कुल वो सच्चा दसदा हैगा। इस तरह जिहड़ा वो एक्चुअल दे विच ਉਹਦੇ ਵਿੱਚ कोई सच्चाई नहीं हुंदी। इस तरह झूठा तन जिहड़ा है ਅਸੀਂ अपने तन नूं जिहड़ा इहनूं सच्चा कर मनी रखते हैं भी ये सतीव ही रहूगा, ये हमेशा रहेगा। जो दीसे सो सगल विनाशे। गुरु साहब कहते हैं कि भी जिमें ज्यों बादल की छाई, जिमें बदल की छां जिहड़ी हुंदी है एक मिनट दे विच विनस जांदी हैगी आ। ते जिहड़ा भी दृष्टमान सारी भी चीज़ हैगी वो एक ना एक दिन विनस जानी हैगी आ, वो खत्म हो जानी है। जन नानक हे नानक जग जानियो मिथ्या। ये जिस इंसान ने इस जग नूं नासवंत समझ रखिया, रहियो राम शरणाई, ਉਹੀ ਜਿਹੜਾ ਹੈਗਾ परमात्मा ਦੀ शरण ਦੇ ਵਿੱਚ ਰਹਿੰਦਾ है, परमात्मा ਦੀ शरण ਦੇ ਵਿੱਚ आ ਜਾਂਦਾ है। ਵਾਹਿਗੁਰੂ जी। हाँ जी, इलस्ट्रेट करो जी, इट्स ईजी, सारे ਅਸੀਂ ਪਾਰਟਿਸਿਪੇਟ ਕਰ ਸਕਦੇ ਹਾਂ ਪਲੀਜ਼। हाँ जी, ਖਾਲਸੇ ਜੀ ਤੁਸੀਂ ਆ ਜਾਓ। ਬੜੇ ਭਾਰਾਂ ਦੇ ਪੈ ਗਏ ਪੇਂਡੂਆਂ ਦੀ, ਦੇਖੋ ਔਕਾਤ ਬਦਲ। ਵਾਹ, ਸਾਡੇ ਹੋਈ ਤਾਂ ਪਿਛਲੇ ਡੈਸਕ ਤੇ ਬਹਿਣ ਵਾਲੇ ਬੰਦੇ ਆ, ਤੁਸੀਂ ਤਾਂ ਸਾਨੂੰ ਅੱਗੇ ਲਾਈ ਜਾਂਦੇ। ਅੱਛਾ, ਆ ਵੀਰ ਜੀ ਨੇ ਤੇ ਸੋਹਣਾ ਕੀਤਾ। ਮੇਰਾ ਕੋਈ ਬਾਕੀ ਪਿੱਛੇ ਰਹਿ ਨਹੀਂ ਜਾਂਦਾ ਗੱਲ ਕਰਨ ਵਾਲੀ। ਤੇ ਜਿਹੜਾ ਅਖੀਰਲੀ ਪੰਕਤੀ ਆ, ਗੁਰੂ ਸਾਹਿਬ ਇਹ ਕਹਿੰਦੇ ਆ ਵੀ ਇਹ ਬੰਦੇ ਤੂੰ ਪਤਾ ਕੀ ਕਰ, ਤੂੰ ਨਾ ਜਿਹਨੂੰ ਤੂੰ ਐਬਸੋਲੂਟ ਰਿਐਲਿਟੀ ਸਮਝੀ ਫਿਰਦਾ ਨਾ, ਵੀ ਜਿੱਦਾਂ ਤੂੰ ਮਹਿਸੂਸ ਕਰਦਾ ਵਾ ਵੀ ਤੂੰ ਹੀਅਰ ਫੋਰਐਵਰ। ਜਨ ਨਾਨਕ ਜਗ ਜਾਣਿਓ, ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਇਹਨੇ ਤੂੰ ਇਉਂ ਕਰ ਵੀ ਜਿਹੜਾ ਸੰਸਾਰ ਆ ਨਾ ਇਹ ਮਿਥਿਆ ਵਾ, ਭਾਵੇਂ ਇਹ ਫॉर ਐਵਰ ਹੀ ਆ, ਪਰ ਤੇਰੇ ਵਾਸਤੇ ਨਹੀਂ ਆ। ਯੂ ਹੀਅਰ ਟੈਂਪਰੇਰੀ। ਇਹ ਧਰਤੀ ਇੱਥੇ ਰਹੇਗੀ, ਸਮੁੰਦਰ ਰਹਿਣਗੇ, ਪਹਾੜ ਰਹਿਣਗੇ, ਅਸਮਾਨ, ਚੰਦਰਮਾ, ਸੂਰਜ, ਦੇਖੋ ਕਦੋਂ ਕਿੰਨੇ ਚਿਰ ਦੇ ਨੇ, ਤੇ ਖੋਰੇ ਗਾਂ ਕਿੰਨਾ ਚਿਰ ਇਹਨਾਂ ਨੇ ਰਹਿਣਾ। ਪਰ ਜਿਹੜਾ ਮਨੁੱਖ ਆ ਮੇਰੇ ਵਰਗਾ, ਇਹ ਸ਼ੋਰਟ ਲਿਵਡ ਆ। ਕੋਈ 50 ਸਾਲ ਆ, ਕੋਈ 70 ਆ, ਕੋਈ 80 ਆ, ਕੋਈ 90 ਆ, 100 ਤੋਂ ਕੋਈ ਬਿਰਲਾ ਹੀ ਟੱਪਦਾ। ਤੇ ਕਹਿੰਦੇ ਤੇਰੇ ਵਾਸਤੇ ਤੂੰ ਇਹ ਤੇਰੇ ਵਾਸਤੇ ਤੂੰ ਮਿਥਿਆ ਸਮਝ, ਏਦਾਂ ਸਮਝ ਏਦਾਂ ਇਹ ਕੂੜ ਆ। ਗੁਰੂ ਸਾਹਿਬ ਕਹਿੰਦੇ ਵੀ ਮਾਈ ਫਰੈਂਡਸ, ਮੇਰੇ ਦੋਸਤੋ, ਸਾਧੋ, ਇਸ ਗੱਲ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਲਓ ਕਿ ਇਹ ਜਿਹੜਾ ਦਿਖਾਈ ਦਿੰਦਾ ਸੰਸਾਰ ਆ,
ਇਹ ਸੱਚੇ ਪਾਤਸ਼ਾਹ ਨੇ ਆਪ ਬਣਾਇਆ। ਰਚਨਾ ਰਾਮ ਬਣਾਈ। ਰਚਨਾ ਜਿੱਦਾਂ ਵੀ ਆ, ਕੋਈ ਜਿੱਦਾਂ ਅਸੀਂ ਅੱਖਾਂ ਵੀ ਵੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਫੀਲ ਕਰ ਸਕਦੇ ਹਾਂ, ਸੁਣ ਸਕਦੇ ਹਾਂ, ਤੇ ਜਿੰਨੇ ਵੀ ਇਹ ਆਕਾਰ ਨੇ ਇਹ ਮਾਲਕ ਦੇ ਬਣਾਏ ਹੋਏ ਨੇ। ਤੇ ਇੱਕ ਬਿਨ ਸੇ, ਇੱਕ ਤੇ ਉਹ ਨੇ ਜਿਹੜੇ ਤੁਰੇ ਜਾਣ ਡਏ ਨੇ, ਹਾਂਜੀ, ਦੂਸਰੇ ਨੇ ਉਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਵੀ ਆਰ ਹੀਅਰ ਫॉर ਐਵਰ। ਅਚਰਜ ਨੂੰ ਲਖਿਓ ਜਾਈ। ਕਹਿੰਦੇ ਪ੍ਰਮਾਤਮਾ ਦਾ ਜਿਹੜੀ ਅਚਰਜਤਾ ਵਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਪ੍ਰਮਾਤਮਾ ਨੇ ਕਿੱਦਾਂ ਦੇ ਸਿਸਟਮ ਕ੍ਰੀਏਟ ਕੀਤੇ ਨੇ, ਕਿੱਦਾਂ ਦੀਆਂ ਸੋਚਾਂ ਮਨੁੱਖਾਂ ਦੇ ਵਿੱਚ ਪਾਈਆਂ ਨੇ। ਤੇ ਇਹ ਜਿਹੜਾ ਨਾ ਵੈਰੀ ਹਾਰਡ ਟੂ ਡਿਸਕ੍ਰਾਈਬ। ਫਿਰ ਕਹਿੰਦੇ ਵੀ ਮਨੁੱਖ ਨੂੰ ਪਤਾ ਕੀ ਜੱਬ ਪਿਆ ਹੋਇਆ। ਇਹ ਤੇ ਕਾਂ ਜਿਹੜੇ ਵਾਸ਼ਨਾਵਾਂ ਵਾ, ਭੁੱਖੂ ਮਰ ਗਏ, ਕੱਖ ਨਹੀਂ, ਕੁਛ ਨਹੀਂ ਬਣਿਆ, ਹੋਰ ਲੈਸ ਤਾਲਕ ਦੇ ਵਿੱਚ ਸਾਰਾ ਟਾਈਮ ਬਰਬਾਦ ਕਰਦਾ। ਕੋਈ ਡਿਜ਼ਾਇਰ ਸੈੱਟ ਕਰ ਲੈਂਦਾ, ਤੇ ਜੇ ਇਹਦੀ ਕੋਈ ਡਿਜ਼ਾਇਰ ਦੀ ਫੁਲਫਿਲਮੈਂਟ ਵਾਸਤੇ ਕੋਈ ਮਨੁੱਖ ਇਹ ਮਦਦ ਕਰਦੇ ਤੇ ਉਹਨੂੰ ਇਹ ਪਿਆਰਾ ਲੱਗਦਾ ਵਾ, ਉਹਨੂੰ ਉਹਦੇ ਪ੍ਰਤੀ ਮੋਹਿਆ ਜਾਂਦਾ ਵਾ। ਤੇ ਜਦੋਂ ਕੋਈ ਹਿੰਡਰੈਂਸ ਬਣ ਜਾਂਦਾ ਵਾ ਇਹਦੀ ਡਿਜ਼ਾਇਰ ਦੀ ਅਚੀਵਮੈਂਟ ਦੇ ਅਗੇਂਸਟ ਕੋਈ ਬੰਦਾ ਚੱਲੇ ਹੈ, ਤੇ ਉਦੋਂ ਫਿਰ ਇਹ ਕ੍ਰੋਧ ਚ ਆ ਜਾਂਦਾ ਹੈ। ਕਾਮ, ਕ੍ਰੋਧ, ਮੋਹ, ਬਸ ਪ੍ਰਾਣੀ, ਬਸ ਮਨੁੱਖ ਇਹਨਾਂ ਤਿੰਨਾਂ ਚੀਜ਼ਾਂ ਦੇ ਵੱਸ ਸਾਰਾ ਜੀਵਨ ਬਿਤਾ ਕੇ ਚਲੇ ਜਾਂਦਾ। ਤੇ ਹਰ ਮੂਰਤ ਬਿਸਰਾਈ, ਪਰਮਾਤਮਾ ਦੀ ਜਿਹੜੀ ਯਾਦ ਆ, ਹਾਂਜੀ, ਉਹ ਇਹਨੇ ਜਿਹੜੀ ਬਿਸਰਾਈ ਹੈ। ਮੂਰਤ ਪਰਮਾਤਮਾ ਦੀ ਨਿਰੰਕਾਰੀ ਸ਼ਕਤੀ ਆ, ਤੇ ਉਹਨੂੰ ਅਸੀਂ ਮੂਰਤ ਕਹਿ ਲਈਏ, ਜਾਂ ਵੀ ਫੈਲਟ ਹਿਸ ਪ੍ਰੈਜ਼ੈਂਸ, ਜਾਂ ਉਹਦੀ ਜਿਹੜੀ ਹਜ਼ੂਰੀ ਆ ਉਹ ਅਸੀਂ ਬਿਸਰਾਈ ਹੋਈ ਹੈ। ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਗਾ, ਉੱਥੋਂ ਤੱਕ ਸਾਡੀ ਪਹੁੰਚ ਨਹੀਂ ਗਈ। ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿਨਾਈ। ਅੱਛਾ, ਦੇਖੋ ਵੀ ਇਹ ਪ੍ਰਪੰਚ ਦੇ ਵਿੱਚ ਜਿੱਦਾਂ ਬਹੁਤ ਲੰਮੀ ਉਮਰ ਆ, ਤੇ ਹੁਣ ਇਸ ਜਿਹੜਾ ਸਾਰਾ ਸਮਾਂ ਆਵਾ ਉਹਦੇ ਵਿੱਚ ਮਨੁੱਖ ਦੇ 70-80 ਸਾਲ ਏਦਾਂ ਨੇ ਜਿੱਦਾਂ ਇੱਕ ਸੁਪਨੇ ਦੀ ਤਰ੍ਹਾਂ ਹੋਣ। ਹਾਂਜੀ, ਤੇ ਜਿੱਦਾਂ ਇਹ ਸੰਸਾਰ ਲੱਖਾਂ ਕਰੋੜਾਂ ਸਾਲਾਂ ਤੋਂ ਬਣਿਆ ਹੋਇਆ, ਜਿੱਦਾਂ ਰਾਤ ਦੇ ਦੇਖੋ ਰਾਤ 12 ਘੰਟੇ ਹੁੰਦੇ, ਬੜੀ ਲੰਮੀ ਹੁੰਦੀ ਹੈ, ਤੇ ਸੁਪਨਾ ਬਸ 15-20 ਸਕਿੰਟ ਹੀ ਹੁੰਦਾ। ਤੇ ਸਿਮਿਲਰਲੀ ਸਾਡਾ ਜਿਹੜਾ ਜੀਵਨ ਹੈ ਨਾ, ਉਹ ਏਦਾਂ ਜਿੱਦਾਂ ਸੁਪਨਾ ਹੋਵੇ ਰਾਤ ਦਾ। ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿਨਾਈ। ਜਿਹੜਾ ਝੂਠਾ ਤਨ ਆ ਉਹਨੂੰ ਇਹ ਸੱਚ ਕਰਕੇ ਮੰਨੀ ਫਿਰਦਾ ਵਾ, ਤੇ ਏਦਾਂ ਲੱਗਦਾ ਵਾ ਜਿੱਦਾਂ ਇਹ ਸੁਪਨੇ ਦੇ ਵਿੱਚ ਬਖਲਾ ਰਿਹਾ ਹੋਵੇ, ਸੁਪਨਾ ਇਹਨੂੰ ਆ ਰਿਹਾ ਹੋਵੇ। ਜੋ ਦੀਸੇ ਸੋ ਸਗਲ ਬਨਾਸੇ, ਜਿਉਂ ਬਾਦਰ ਕੀ ਛਾਈ। ਕਹਿੰਦੇ ਵੀ ਜੋ ਦਿਸ ਰਿਹਾ ਵਾ ਇਹਨੇ ਤੁਰ ਜਾਣਾ ਵਾ, ਏਦਾਂ ਸਮਝੋ ਕਿ ਇਹ ਇੰਨਾ ਟੈਂਪਰੇਰੀ ਆ ਵੀ ਜਿਸ ਤਰ੍ਹਾਂ ਬੱਦਲ ਦੀ ਛਾਂ ਹੁੰਦੀ ਆ ਨਾ, ਤੇ ਥੋੜਾ ਚਿਰ ਹੁੰਦੀ, ਫਿਰ ਹਵਾ ਆਉਂਦੀ ਆ ਤੇ ਉਹ ਬੱਦਲ ਨੂੰ ਉਡਾ ਕੇ ਲੈ ਜਾਂਦੀ ਆ, ਤੇ ਫਿਰ ਧੁੱਪ ਜਿਹੜੀ ਉਹ ਫਿਰ ਬੜੀ ਆਪਣੀ ਮਾਰੋ ਮਾਰ ਕਰਦੀ ਆ। I remember that when we was growing up in ਪਿੰਡਾਂ ਵਿੱਚ ਅਸੀਂ grown up ਹੋਏ ਆ, ਡੰਗਰ ਚਾਰਨੇ, ਗਰਮੀ ਬੜੀ ਪੈਣੀ, ਤੇ ਕਈ ਫਿਰ ਨਾ ਜੋ ਬੱਦਲ ਆਏ ਨੇ ਤੇ ਝੜ ਹੋ ਜਾਣਾ ਤੇ ਐਂ ਠੰਡ ਜੀ ਮਹਿਸੂਸ ਹੋਣੀ। ਤੇ ਜਦੋਂ ਉਹ ਬੱਦਲ ਪਰੇ ਚਲ ਜਾਣਾ, ਫਿਰ ਉਹ ਤਪਸ਼ ਫੇਰ ਆਣ ਪੈਂਦੀ ਸੀ। ਤੇ ਗੁਰੂ ਸਾਹਿਬ ਕਹਿੰਦੇ ਵੀ ਏਦਾਂ ਹੀ ਮੰਨੋ ਤੁਸੀਂ ਸੰਸਾਰ ਨੂੰ, ਵੀ ਜਿੱਦਾਂ ਬੱਦਲ ਦੀ ਛਾਂ ਆ, ਇਹ ਟੈਂਪਰੇਰੀ ਆ, ਤੇ ਇੱਥੋਂ ਮਨੁੱਖ ਨੇ ਕੂਚ ਕਰ ਜਾਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you, Ji. Anyone else? ਬੋਲੋ ਯਾਰ, ਮਤਲਬ ਦੱਸੋ। How do I feel? ਇਹ ਪਾਤਸ਼ਾਹ ਦੀ ਬਾਣੀ ਇੰਨੀ ਸਰਲ ਹੈ ਕਿ ਇਹਦੀ ਇੰਪਲੀਕੇਟਿਵ ਥਾਟ ਸਿੱਧੀ ਹੈ। ਨੌਵੇਂ ਪਾਤਸ਼ਾਹ ਦੀ ਕੋਈ ਬਹੁਤੇ ਮੈਨੇ ਨਹੀਂ ਹੈਗੇ ਇਹਦੇ ਚ। The only thing is, how do I imply? Check or cross? ਹੁਣ ਮੈਂ ਕਹਿੰਦਾ, ਮੈਂ ਪੜਿਆ ਜੋ ਦੀਸੈ ਸੋ ਸਕਲ ਬਿਨਾਸੈ, ਹੋਇਆ ਮੇਰੇ ਨਾਲ? Ask yourself. ਮੈਂ ਆਪਣੇ ਨਾਲ ਪੁੱਛਦਾ, ਜੋ ਦੀਸੈ ਸੋ ਸਕਲ ਬਿਨਾਸੈ। ਹੁਣ ਇਹ ਤੇ ਨਹੀਂ ਨਾ ਕਿ ਸ਼ਾਮ ਦਾ ਵੇਲਾ ਤੇ ਮੈਂ ਕਹਾਂ ਮੈਨੂੰ ਤੇ ਦਿਖਦਾ ਪਿਆ ਕਾਰ ਸਿੰਘ ਤੇ ਇਹਨੇ ਤੇ ਚਲੇ ਜਾਣਾ।
ਤੇ ਇਹਦੇ ਘਰੋਂ ਤੇ ਡੰਡਾ ਮੈਨੂੰ ਸਿੱਧਾ ਉਹਨਾਂ ਸਕਰੀਨ ਥਾਣੀ ਮਾਰਨਾ ਕਿ ਤੂੰ ਖਸਮਾ ਖਾਣੇ ਆ, ਇਹਨੂੰ ਕਿੱਥੇ ਮੇਰੇ ਸਰਦਾਰ ਨੂੰ ਭੇਜੀ ਜਾਣਾ। नो, पर सवाल ये है जो दिस है सो सगल विनाश है। दूसरा क्यों? मैं पहले अपने तो शुरू करांगा। मेरा शरीर, ओ सेंट्रीपीगल एंड सेंट्रीफ्यूगल सेंट्रीपीटल, ते मेरा शरीर ने बिनस जाना है, ते इस तन धन को क्या गरबैया, राम नाम काहे ना दृढ़ैया। एक और सीगा कि मिर्त हसै सिर उपर है, पशुआ नहीं बूझे। मैं वो कट के रखा सीगा हुण। मैनू डंगर के पढ़े लिखे नू, जिहड़ा शीशे दे सामने जिहदी धौण जिहड़ी लिफदी नहीं। मिर्त हसै सिर उपर है, मौत तेरे सिर ते है, और वो हसदी पई है तेरी करतूतां नू देख के, तेरे चालियां नू देख के। पशुआ नहीं बूझै, बाद साध अहंकार में मरना नहीं सूझै। सतगुर सेवो अपना, काहे फिरो अभागे। ले दस, मैनू अभागा क्या है? मैं कहना कि मेरे को सारा कुछ हैगा, मेरे को कख नहीं हैगा। ये लकट ते देख कसुंबा रंगुला, काहे भूल लागे। हुण उत्थे भी पाशा कह जो दीस है सो सगल विनाश है। हुण मेरे शरीर ने जे विनाश हो जाना है, जो बादर की छाई है, ते मैं एक कदी सोचिए, मैं जिन्नू जिन्नू आई लव यू कहना, मैं सोचिया जदों मैं आई लव यू कहना भी मैं इन्हें बिनस जाना है। किन्नी वारी मैं सोचता, मैनू अपने थॉट ते ही ना शर्म जी आ जाती कि हाए जे ये चला गया तो मेरा की होएगा। ये तो हो गया स्पाउस दे नाल, बच्चों दे नाल, रिश्तेदारां दे नाल। ऐ कह रहा पातशाह, पातशाह कहंदे ने इसे करके कि भई करता पुरख है, सानू सारियां नू पता करता पुरख है। रचना राम बनाई, हुण एक बिनसा एक अस्थिर मन है, ये सारा उहदा चलत है कि वो जैसे हरहट है ना, माल टिंड एक सखणी एक फेर भरियत है, ऐसे ही इस खेल कसम का। ये ते आना जाना लगा ते हुण झूठा तन साचा कर मान्यो। एम आई, इज इट फॉर मी और नॉट? ए इलस्ट्रेशन नहीं कर सकते असी? क्यों नहीं कर सकता मैं? झूठा तन साचा कर मान्यो, या मैं हाँ या मैं नहीं हाँ। इधर आई एम इन और आई एम आउट। जे मैं नहीं हाँ तो बिंगो मैं ग्रेस दा पात्र हाँ, ते जे मैं ग्रेस दा पात्र नहीं हाँ तो मैं यही हाँ कि मैं भी झूठे तन नू सच्चा करके मन्निया होया। ज्यों सुपना रहना आई, रात दा सुपना, ज्यों सुपना रपेखना ऐसे जग को जान मालक कहंदा। यही पातशाह नौवें पातशाह की बाणी च है। अपने आप नू ही नहीं, सारे संसार नू इदां वेख, हो सकता मेरे लिए कि नहीं? तो जे नहीं हो सकता तो मैं छड्डां परे। इट्स ईदर नाउ और नेवर। फिर जो दिस है सो सगल विनाश है, जो बादर की छाई, ते जन नानक जग जान्यो मिथ्या। है मेरा गोल। वो जरा पिछली बारी भी गल की भगती मार्ग। भगती मार्ग की है? दुनिया कैस मुकामे कर सिदक करनी खर्च बांधो लाग रहो नामे। कर ले, जवाब भी नाल ही है। जन नानक जग जान्यो मिथ्या, सारा संसार मिथ्या ही। मिथ्या नाही रसना परस, मिथ्या नेत्र पेखद परत रहो।
ਮਿੱਥਿਆ ਰਸਨਾ ਭੋਜਨ ਸਵਾ ਲੈ, ਇਹ ਮੇਰਾ ਫੇਵਰਿਟ ਫੂਡ ਹੈ, ਕਿੱਥੇ ਜਾਏਗਾ? ਜਦੋਂ ਮੈਂ ਕਹਾਂ ਮੇਰਾ ਫੇਵਰਿਟ ਫੂਡ ਹੈ, ਮੈਂ ਉਸੇ ਵੇਲੇ ਆਪਣੇ ਆਪ ਤੇ ਜੇ ਵਿਟਨੈਸ ਮੋਡ 'ਚ ਜਾ ਕੇ ਕਹਾਂ ਆਈ ਲਾਈਕ ਇਟ ਬਟ ਆਈ ਡੋਂਟ ਕੇਅਰ ਇਫ ਆਈ ਡੋਂਟ ਲਾਈਕ ਇਟ, ਤੇ ਗੱਲ ਬਣ ਗਈ। ਫਿਰ ਰਹਿਓ ਰਾਮ ਸ਼ਰਨਾਈ, ਸਾਰੇ ਜੱਗ ਨੂੰ ਛੱਡ ਕੇ ਤੇ ਮੈਂ ਰੱਬ ਦੀ ਸ਼ਰਨ ਰਹਿ ਜਾ। ਜੈਸੇ ਰਹਿਣ ਪਰਾਉਣੇ ਉਠ ਚਲ ਸੇ ਪ੍ਰਭਾਤ, ਕਿਆ ਤੂੰ ਰਤਾ ਦੁਨੀ ਸਿਉ ਸਭ ਫੁੱਲਾਂ ਕੀ ਬਾਗਾਤ। ਮਾਲਕ ਤੇ ਕਹੀ ਜਾਂਦਾ ਪਿਆ ਨਾ, ਇਹ ਨੌਵੇਂ ਪਾਤਸ਼ਾਹ ਦੀ ਬਾਣੀ ਸਾਰੀ ਇੰਪਲੀਕੇਟਿਵ ਹੈ, ਇੰਪਲੀਕੇਬਲ ਹੈ। ਜੇ ਮੈਂ ਨਹੀਂ ਕਰ ਸਕਦਾ ਤੇ ਇਟਸ ਯੂਜ਼ਲੈਸ। ਆਪਾਂ ਇੱਕ ਹੀ ਸ਼ਬਦ ਪੜ੍ਹ ਲਈਏ ਤੇ ਬੜਾ ਹੈ, ਕਿਉਂਕਿ ਸਾਰੇ ਮਿਲਾ ਚੁਲਾ ਕੇ ਉਹੀ ਸ਼ਬਦ ਆਈ ਜਾਣੇ। ਜੇ ਤੁਸੀਂ ਇਸ 632 we're not going to talk about, ਪਰ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ, ਨੈਕਸਟ ਹੈਗਾ ਲੈ ਇਹ ਮੇਰੇ ਲਈ ਹੈ। Do I agree? ਤੇ ਫਿਰ ਦੁਰ ਫਿਟੇ ਮੂੰਹ, ਮੈਂ ਕਹੀ ਜਾਂਦਾ ਪਿਆ ਵੀ ਮੈਂ ਫੈਸਿਲਿਟੇਟਰ ਹਾਂ, ਤੁਸੀਂ ਕਹੀ ਜਾਂਦੇ ਹੋ ਅਸੀਂ ਤੇ ਜੀ ਕਲਾਸ ਲੈਂਦੇ, ਆਹ ਜੀ ਬੜਾ ਆਨੰਦ ਆ ਜਾਂਦਾ ਜੀ, ਉਹ ਜੀ ਸਾਡੀ ਬੋਲਤੀ ਬੰਦ ਹੋ ਜਾਂਦੀ ਹੈ ਜੀ। ਲੈ ਡਿਸਪਾਈਟ ਆਲ ਦੈਟ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ। ਕਿਉਂ ਨਹੀਂ ਆਂਦਾ? ਇਹਦੇ ਆਂਦਨ ਮਗਨ ਰਹੇ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਕੁਐਸਚਨ, ਇਜ਼ਨਟ ਇਟ ਵੰਡਰਸ? ਕਿਦਾਂ ਐਨ ਮੇਰੀ ਸਕੈਨਿੰਗ ਕਰਦਾ ਮਾਲਕ ਕਿ ਤੇਰੀ MRI ਕਰਕੇ ਲੈ ਹੈ ਹੀ ਤੇਰਾ ਹੀ ਰਿਪੋਰਟ ਕਰ ਲੈ। ਹੁਣ ਕਦੀ ਇਹ ਵੀ ਹੋਇਆ ਕਿ ਮੈਂ MRI ਕਰਾ ਕੇ ਐਕਸਰੇ ਕਰਵਾ ਕੇ ਤੇ ਆਈ ਸਿਟ ਔਨ ਇਟ, ਮੈਂ ਉਹਦੀ ਤਰੱਦਦ ਕਰਦਾ, ਅੱਗੇ ਪਿੱਛੇ ਜਾਣਾ ਕਿ ਇਹ ਮੇਰੇ 'ਚ ਫਾਲਟਸ ਨੇ, ਇਹ ਮੇਰੇ 'ਚ ਸ਼ਾਰਟਕਮਿੰਗਸ ਨੇ, ਇਹ ਮੇਰੀ ਡਿਫੀਸ਼ੀਐਂਸੀ ਹੈ, ਮੈਂ ਉਹਨੂੰ ਠੀਕ ਕਰਾਂ। ਪਰ ਬਾਣੀ ਨੂੰ ਕਿਉਂਕਿ ਮੈਂ ਸਰੀਰਕ ਤਲ ਤੇ ਪੜ੍ਹਿਆ, ਇਹ ਖਿਆਲ ਰਹੇ ਇੱਕ ਨਵੀਂ ਟਰਮੀਨੋਲੋਜੀ ਸਾਨੂੰ ਮਿਲੀ ਸੀ ਉੱਥੇ ਸੁਣਿਆ ਦੀ ਪੌੜੀਆਂ 'ਚ, ਸਰੀਰਕ ਤਲ ਤੇ ਮਾਨਸਿਕ ਤਲ। ਜਿੰਨੀ ਗੱਲ ਅਸੀਂ ਸਰੀਰਕ ਤਲ ਤੇ ਕੀਤੀ ਹੈ ਉਹ ਉੱਥੇ ਹੀ ਰਹਿ ਜਾਣੀ ਹੈ, ਉਹ ਸਾਰਾ ਸਤੋ ਗੁਣ ਹੈ। ਤਿੰਨਾਂ ਗੁਣਾਂ ਦੇ ਵਿੱਚ ਮੈਂ ਵਿਚਰ ਕੇ ਗੱਲ ਕਰ ਰਿਹਾ ਤੇ ਰੱਬ ਜੀ ਜਿਹੜੇ ਨੇ ਉਹ ਤਿੰਨਾਂ ਗੁਣਾਂ ਤੋਂ ਪਰੇ ਨੇ। ਐਨਿਸ ਮਗਨ ਰਹੇ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਹਾਓ ਯੂ ਟੈਲ ਮੀ। ਫਿਰ ਪੂਤ ਮੀਤ ਕਿਧਰੇ ਜੱਗ ਕਹਿਤਾ ਤੇ ਕਿਧਰੇ ਸੰਬੰਧੀ ਕਹਿਤਾ ਤੇ ਕਿਧਰੇ ਕਹਿੰਦੇ ਪੂਤ ਮੀਤ ਮਾਇਆ ਮਮਤਾ ਸਿਓ ਇਹ ਬਿਦ ਆਪ ਬੰਧਾਵੇ। ਹੁਣ isn't it for me? ਤੇ ਮੈਂ ਕੀ ਕਰਦਾ, it's for him, it's for her. Oh no, I should have time to think about. I need to focus. ਤੇ ਮ੍ਰਿਗ ਤ੍ਰਿਸ਼ਨਾ ਜਿਉਂ ਝੂਠੋ ਇਹ ਜਗ, ਉਸ ਉੱਥੇ ਸੁਪਨਾ ਕਿਹਾ ਸੀ, ਇੱਥੇ ਮ੍ਰਿਗ ਤ੍ਰਿਸ਼ਨਾ ਕਹਿਤਾ। So much similar. But the need is, ਪਾਤਸ਼ਾਹ ਦੀ ਲੋੜ ਕੀ ਹੈਗੀ ਸੀ ਕਿ ਕਿਧਰੇ ਇਹ ਮੇਰਾ ਬੱਚਾ ਐਂਡੇਵਰ ਕਰ ਜਾਏ, ਇਹਨੂੰ ਝਟਕਾ ਲੱਗ ਜਾਏ, ਸ਼ੌਕ ਟ੍ਰੀਟਮੈਂਟ, ਤੇ ਇਹ ਅੰਦਰ ਵੜ ਜਾਏ। ਜੇ ਅੰਦਰ ਵੜ ਗਿਆ, ਬਿੰਗੋ, ਦੇਖ ਤਾਸ ਉੱਠਤਾ ਵੈ। ਜਿੱਦਾਂ ਹਿਰਨ ਜਿਹੜਾ ਹੈ ਉਹ ਹੋਰਾਈਜ਼ਨ ਨੂੰ ਦੇਖ ਕੇ ਤੁਰੀ ਪੈਂਦਾ ਹੈ ਰੇਗਿਸਤਾਨ ਦੇ ਵਿੱਚ, ਇਹ ਵੀ ਇਦਾਂ ਹੀ ਕਰੀ ਜਾ ਰਿਹਾ। ਨਿਆਣਾ ਮੇਰੇ ਨਾਲ ਕੁੱਤੇ ਦੀ ਬਾਬ ਕਰਦਾ, ਮੈਂ ਫਿਰ ਕਹਿੰਦਾ ਮੈਂ ਉਹ ਮੇਰਾ ਬੱਚਾ ਹੈ। ਮੇਰੀ ਹਸਬੈਂਡ ਨਾਲ ਬਣਦੀ ਨਹੀਂ, ਰਿਸ਼ਤੇਦਾਰਾਂ ਨਾਲ ਬਣਦੀ ਨਹੀਂ, ਮੈਂ ਕਹਿੰਦਾ ਨਹੀਂ ਫੇਰ ਕੀ ਹੋ ਗਿਆ, ਰਿਲੇਟਿਵਸ ਨੇ ਨਾ ਬਈ, ਬੁਲਾਣਾ ਬਣਦਾ ਉਹਨਾਂ ਦਾ। ਦਿਸ ਇਜ਼ ਵਾਟ ਆਈ ਡੂ। ਦੇਖ ਤਾਸ ਉੱਠਤਾ ਵੈ ਤੇ ਭਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੇ। ਰੱਬ ਨੂੰ ਛੱਡ ਕੇ ਮੈਂ ਦੂਜੇ ਪਾਸੇ ਅਟਰੈਕਟ ਹੋ ਜਾਂਦਾ। ਇਤ ਮਾਰਗ ਚਲੇ ਭਾਈ ਜਿਹੜੇ ਗੁਰ ਕਾ ਸੁਕਾਰ ਕਮਾਏ ਜਿਓ, ਤਿਆਗੇ ਮਨ ਕੀ ਮਤੜੀ ਸਾਰੇ ਦੂਜਾ ਭਾਵ ਜਿਓ, ਭਾਵੇਂ ਹਰਦਰ ਸਾਵੜਾ ਨਾ ਲੱਗੇ ਤੱਤੀ ਵਾਓ ਜਿਓ। ਇਹ ਕਰਨਾ ਹੈ ਮੈਂ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ। ਹੈਨ ਵਿਰਲੇ ਨਹੀਂ ਕਣੇ, ਪੁਰਾਣੀ ਕੋ
ਹਰ ਜਸ ਮਨ ਨਹੀਂ ਆ, ਇਟਸ ਫॉर ਮੀ। ਐਂਡ ਮੈਂ ਉਹਨੂੰ ਖੜੇ ਮੱਥੇ ਮੰਨਾਂ। Not that ਕਿ ਕੰਨ ਫੁੜੇ ਜਾਂ ਕੰਨ ਪੱਟੇ ਜਾਂ no, nothing. It's me. ਉਹ ਜਿੱਦਾਂ ਹਿਰਨ ਆਪਣੀ ਗਲਤੀ ਨੂੰ ਨਹੀਂ ਮੰਨਦਾ ਕਿ ਮੇਰੇ 'ਚ ਸ਼ਾਰਟਕਮਿੰਗ ਸੀਗੀ ਤੇ ਮੈਂ ਉਹ ਕੰਢੇੜੇ ਦੀ ਆਵਾਜ਼ ਸੁਣ ਕੇ ਤੇ ਮੈਂ ਛਾਤੀ ਅੱਗੇ ਕਰਤੀ ਤੇ ਤੀਰ ਖਾ ਲਿਆ ਜਾਂ ਗੋਲੀ ਖਾ ਲਈ। ਉਹ ਪਾਸ਼ਾ ਕਹਿੰਦੇ ਨਾ ਭਈ ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼। They have only one shortcoming in common. ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਉਹ ਜਿਹਦੇ ਚ ਸਾਰੇ ਸ਼ਾਰਟਕਮਿੰਗਸ ਨੇ ਉਹਨੂੰ ਕਿੱਥੋਂ ਬਚਾ ਲਓਗੇ? ਤੇ ਉਹਨਾਂ ਦੇ ਵਿੱਚ ਤੇ ਵਿਵੇਕ ਨਹੀਂ ਹੈਗੀ ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ ਚ, ਪਰ ਇਹਦੇ ਵਿੱਚ ਤੇ ਵਿਵੇਕ ਹੈਗੀ ਹੈ ਤੇ ਤਾਂ ਵੀ ਇਹਦੀਆਂ ਸ਼ਾਰਟਕਮਿੰਗ ਜਿਹੜੀਆਂ ਨੇ ਉਹ ਸਟੈਂਡ ਆਊਟ ਕਰਦੀਆਂ ਨੇ। That's how we have to analyze. We have a long road to go for Guru Tegh Bahadur Sahib. ਪਰ I treat ਕਿ ਇੱਕ ਸ਼ਬਦ ਜੇ ਮੈਂ ਪੜ੍ਹ ਲਵਾਂ ਨਾ ਤੇ ਉਹਨੂੰ ਚੰਗੀ ਤਰ੍ਹਾਂ ਰਗੜ ਲਵਾਂ, ਚੰਗਾ ਰਗੜਾ ਦੇ ਲਵਾਂ ਉਹਨੂੰ, ਤੇ ਗੱਲ ਬਣ ਜਾਂਦੀ ਹੈ। ਪਾਰ ਲਾ ਕੇ ਗੱਲ ਇਹੀ ਕਰਦੇ ਨੇ ਪਾਤਸ਼ਾਹ। ਕਰੈਕਟ ਮੀ ਇਫ ਆਈ ਐਮ ਰੋਂਗ, ਹੈ ਨਾ? Question, uncle. ਹਾਂਜੀ। In this Shabad, you said, okay, relatives do be to see usse dekho, like treat everybody same. That's what you mean. But in practical life, if people are like so negative, I mean, okay, we are trying, but I'm sure everybody has that question. And some people you get like negative vibes or whatever. Dislike and likes ਨੂੰ ਅਲੱਗ ਕਰਕੇ ਵੀ ਅਗਰ ਤੁਹਾਨੂੰ ਉਹ ਬੰਦੇ ਨੂੰ ਦੇਖ ਕੇ ਕੁਝ ਹੋ ਜਾਂਦਾ ਹੈ and you cannot concentrate in God and we human, so ਸਾਡਾ ਕਲਰ ਹੀ ਚੇਂਜ ਹੋ ਜਾਂਦਾ ਹੈ. So how can we follow this path then? Why cannot you follow this path? When your body reacts because they're like done something they've done to you or whatever you have that impacts in your life, and they have no, I mean, they have negative vibes, you can feel it, they don't want good for you, so then isn't it nice to just delete them from your life? Yes. ਮੈਂ ਕਹਿ ਨਹੀਂ ਲੱਗਾ ਸੀ I have dabbed my body with, I am used to use perfumes, colognes. ਮੈਂ ਪਰਫਿਊਮ ਦੀ ਗੱਲ ਇਸ ਕਰਕੇ ਕਹਿੰਦਾ, ਪਰਫਿਊਮ ਹਾਰਡ ਹੁੰਦਾ, ਸਟਰੋਂਗਰ ਹੁੰਦਾ। ਮੇਰੀ ਬਾਡੀ ਤੇ ਕੋਈ ਰਿਐਕਟ ਕਰ ਜਾਂਦਾ, ਜਿਹੜੀਆਂ ਵੀਰ ਤੇ ਭੈਣਾਂ ਨੇ, ਅਸੀਂ ਡਾਈ ਯੂਜ਼ ਕਰਦੇ ਹਾਂ। ਜਦੋਂ ਅਸੀਂ ਯੂਜ਼ ਕਰਦੇ ਹਾਂ ਸਾਡੇ ਤੇ ਕਈ ਵਾਰੀ ਕਿੰਨੀ ਦੇਰ ਯੂਜ਼ ਕਰਨ ਤੋਂ ਬਾਅਦ ਰਿਐਕਟ ਕਰ ਜਾਂਦੀ ਹੈ ਡਾਈ ਕੋਈ। Do we still keep on using it? No. We just forget about it. So much so I know some people ਜਿਹੜੇ ਡਾਈ ਨਾ ਲਗਾ ਕੇ ਫਾਈਨਲੀ ਡਾਈ ਨਾਲ, ਮੈਂ ਲਫ਼ਜ਼ ਵਰਤ ਰਿਹਾ, ਫਾਈਨਲੀ ਡਾਈ ਨਾ ਲਗਾ ਕੇ ਉਹ ਬੜੇ ਗ੍ਰੇਸਫੁਲ ਨਿਕਲ ਆਏ। ਤੇ ਉਹਨਾਂ ਨੂੰ ਜਦੋਂ ਮਿਲਦੇ ਹੋ ਤੁਸੀਂ ਪਾਰਟੀਆਂ 'ਚ, ਤੁਸੀਂ ਕਹਿੰਦੇ ਯਾਰ ਤੂੰ ਤੇ ਬੜਾ ਗ੍ਰੇਸਫੁਲ ਹੈ। ਕਹਿੰਦੀ ਭਲੀ ਪੁੱਛ, ਮੇਰੇ ਤੇ ਦਿਮਾਗ ਤੇ ਅਸਰ ਹੋ ਗਿਆ, ਮੇਰਾ ਇਹ ਹੋ ਗਿਆ, ਮੇਰਾ ਇੰਨਾ ਰਿਐਕਸ਼ਨ ਹੋਇਆ, ਮੇਰਾ ਸਕਿਨ ਰਿਹਾ, ਮੈਨੂੰ ਛੱਡਣਾ ਪਿਆ। So you delete it. You have to. ਪਰ ਇਹ ਤੇ ਹੋਇਆ ਜਿਹੜੇ ਤੁਹਾਨੂੰ ਸੂਟ ਨਹੀਂ ਕਰਦੇ। ਪਰ ਮਾਲਕ ਕਹਿੰਦਾ ਏ ਇਹ ਜੱਗ ਮੀਤ ਨਾ ਦੇਖਿਓ ਕੋਈ। ਯੂ ਆਰ ਟਾਕਿੰਗ ਆਫ ਦਾ ਰੋਂਗ ਵਾਈਬਸ ਪੀਪਲ, ਬਟ ਗੁਰੂ ਜੀ ਇਜ਼ ਗੋਇੰਗ ਅ ਸਟੈਪ ਅਹੈਡ। tells me ਕਿ ਦਾਰਾ your wife, ਮੀਤ your friends, ਪੂਤ your son, ਰਥ your estate, ਸੰਪਤ, ਪੂਤ ਰਥ ਸੰਪਤੀ, ਰਥ is my vehicles, ਸੰਪਤੀ is estate, ਸਗਰੇ ਧਨ ਸਿਓ ਲਾਗੇ, they are all after your money. ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਜਦੋਂ ਤੈਨੂੰ ਗਰੀਬ ਦੇਖਦੇ ਨੇ ਇਹ ਸਾਰੇ ਸਾਥ ਛੱਡ ਜਾਂਦੇ ਨੇ ਤੇਰਾ। ਮੈਂ ਕਹਿੰਦਾ ਨਹੀਂ, ਇਹ ਕਿੱਦਾਂ ਹੋ ਸਕਦਾ? ਮੇਰੀ ਵਾਈਫ ਤੇ ਲੈ, ਉਹ ਤੇ ਮੇਰੀ 7 ਜਨਮਾਂ ਦੀ ਸਾਥੀ ਹੈ।
ਇਹ ਮੇਰੇ ਬੱਚੇ ਤੇ ਬਹੁਤ ਮੈਂ ਤੇ ਸੀ ਕਰਦਾ ਤੇ ਉਹ ਮਗਰ ਆ ਜਾਂਦੇ ਨੇ। No, let us talk practical, and I often talk about it because we don't go into details. Menu, I got hospitalized for any rhyme or reason. Now, मेरा सारा परिवार जिहड़ा है ना fly in करके ये वो करके they are around me. Now, watch the moment I am at the hospital bed. My family is with me. Hypothetically, I am having severe pain in my body. ਮੈਨੂੰ ਉਹਨਾਂ ਨੇ ਦਵਾਈਆਂ ਦਿੱਤੀਆਂ ਨੇ, ਸੈਡੇਟਿਵਸ ਦਿੱਤੇ ਨੇ, ਟ੍ਰਿੰਕਲਾਈਜ਼ਰਸ ਦਿੱਤੇ ਨੇ, ਤੇ ਮੈਂ ਜਦੋਂ ਹੋਸ਼ ਆਉਂਦਾ ਮੈਂ ਕਹਿੰਦਾ ਮੈਨੂੰ ਬਹੁਤ ਦਰਦ ਹੋ ਰਹੀ ਹੈ, ਤੇ ਮੇਰਾ ਸਾਰਾ ਪਰਿਵਾਰ ਮੈਨੂੰ ਘੁੱਟਦਾ ਏ। That's what they can do. But ਉਹਨਾਂ ਦਾ ਜਿਹੜਾ ਘੁੱਟਣਾ ਹੈ, does that cure my disease? Or No. the doctor's diagnose and prognosis, that cures me. After the grace of God, of course. So it goes, ਬਾਣੀ goes to that extent ਕਿ ਉਹ ਤੇਰੇ ਨਾਲ ਨਹੀਂ ਹੈਗੇ, ਕਿਉਂਕਿ ਤੈਨੂੰ ਜਦੋਂ ਤਕਲੀਫ ਹੋਣੀ ਹੈ ਫਿਜ਼ੀਕਲ, ਸਪਿਰਿਚੁਅਲ ਤੇ ਕੋਈ ਮਦਦ ਕਰੇਗਾ ਹੀ ਨਹੀਂ, ਉਹ ਤੇ ਤੇਰਾ ਇਕੱਲੇ ਦਾ ਸਾਥੀ ਹੈ, ਇਟਸ ਯੋਰ ਓਨ ਜਰਨੀ। ਪਰ ਜਦੋਂ ਤੂੰ ਫਿਜ਼ੀਕਲ ਪ੍ਰੋਬਲਮ ਵੀ ਤੇਰੀ ਆਣੀ ਹੈ, ਉਹਨਾਂ ਨੇ ਸਿਰਫ ਕੋਲ ਖੜੋਣਾ ਹੈ। ਸੋ ਬਾਣੀ goes up to that extent. ਇਹ ਜਗ ਮੀਤ ਨਾ ਦੇਖਿਓ ਕੋਈ। You understand? It always ushers you to think beyond the box, outside the box and beyond the box, both. ठीक है जी? Thank you. Any questions? Can I add up a little bit thing? हाँ जी। थोड़ा ऐड कर सकते हैं? हाँ जी, हाँ जी, ले। देखो जी, इत्थे खादी पीती वाला हिसाब हुंदा है कार सिंह जी। ਲੈਣੀ ਪੈਂਦੀ ਆ ਵੀ ਓਕੇ ਬਈ ਮੈਨੂੰ ਤੇ ਮੇਰਾ ਸਕੂਲ ਤੇ ਬੰਦ ਹੋ ਜਾਣਾ ਬੜਾ ਛੇਤੀ, ਤੂੰ ਦੇਖੀ। ਕਹੇ ਨਾ ਕਹਿਣਾ ਇਹ ਬਹੁਤ ਟਾਈਮ ਲਾਉਂਦੇ ਆ ਤੇ ਹਜ਼ਾਵੀਆਂ ਮਾਰਦੇ ਆ ਆਪਣੀਆਂ, ਤੇ ਸਾਨੂੰ ਨਹੀਂ ਚਾਹੀਦਾ। ਸਾਨੂੰ ਤੇ ਉਹ ਸਕੂਲ ਚਾਹੀਦਾ ਜਿੱਥੇ ਕਹਿਣ ਤੁਸੀਂ ਬੜੇ ਚੰਗੇ ਸਟੂਡੈਂਟ ਹੋ। ਚੱਲ ਥੈਂਕ ਯੂ। ਅੱਛਾ, ਹੁਣ ਬੀਬੀ ਨੇ ਸਵਾਲ ਕੀਤਾ ਸੀ ਤੇ I start thinking out of the box. So ਥੋੜੀ ਖਿਆਲ ਜਿਹਾ ਆਇਆ, ਵਿਚਾਰ ਜਿਹਾ ਆਇਆ ਕਿ ਹਰ ਮਨੁੱਖ ਦੀ ਸਮੱਸਿਆ ਵਾ, ਮੇਰੀ ਵੀ ਇਹ ਸਮੱਸਿਆ ਵਾ ਕਿ ਮੇਰੇ ਕੋ ਆਨੰਦ ਆ, ਜੇ ਮੇਰੇ ਕੋ ਆਨੰਦ ਆ, ਜੇ ਮੇਰੇ ਕੋ ਵਿਕਾਸ ਆ, ਜੇ ਮੇਰੇ ਕੋ ਸ਼ਾਂਤੀ ਆ, ਤੇ ਮੈਂ ਇਹਨੂੰ ਪ੍ਰੋਟੈਕਟ ਕਿੱਦਾਂ ਕਰਨਾ ਵਾ। ਅੱਛਾ, ਉਹਦੇ ਵਾਸਤੇ ਵੇਖਣਾ ਵਾ ਵੀ ਜਿਹੜਾ ਇਹਨੂੰ ਇੱਥੇ ਹਮਲਾ ਹੋਣਾ ਵਾ, ਜਿਹਨੇ ਇਹਨੂੰ ਡਿਸਟਰੋਏ ਕਰਨਾ ਵਾ, ਮੇਰੀ ਸ਼ਾਂਤੀ ਨੂੰ, ਮੇਰੇ ਵਿਕਾਸ ਨੂੰ, ਮੇਰੇ ਆਨੰਦ ਨੂੰ, ਉਹ ਜਿਹੜਾ ਸਾਡੇ ਕੋਲ ਦੋ ਔਰਗਨ ਨੇ ਕਮਿਊਨੀਕੇਸ਼ਨ ਦੇ, ਇੱਕ ਤੇ ਇਮੇਜਿੰਗ ਆ, ਇੱਕ ਲਿਸਨਿੰਗ ਆ। ਓਕੇ, ਤੇ ਜੇ ਹੁਣ ਅਵੇਅਰਨੈਸ ਵੀ ਚਾਹੀਦੀ ਹੈ ਵੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੇਖਿਆ ਵਾ ਤੇ ਤੁਹਾਨੂੰ ਪਤਾ ਲੱਗਾ ਵੀ ਇਹਨੇ ਮੇਰੀ ਸ਼ਾਂਤੀ ਜਿਹੜੀ ਆ ਨਾ ਭੰਗ ਕਰ ਸਕਦਾ ਵਾ ਜਾਂ ਕਰੇਗਾ, ਤੇ ਉਹਨੂੰ ਜਿੱਦਾਂ ਕਈ ਵਾਰ ਕਹਿੰਦੇ ਆਪਾਂ ਅਰਦਾਸ ਦੇਖ ਕੇ ਅਣਡਿੱਠ ਕੀਤਾ, ਉਹਨੂੰ ਦੇਖ ਕੇ ਤੇ ਅਣਡਿੱਠ ਵੀ ਕੀਤਾ ਜਾ ਸਕਦਾ। ਅੱਛਾ, ਦੂਜਾ ਸਾਡਾ ਕਮਿਊਨੀਕੇਸ਼ਨ ਦਾ ਸਾਡੇ ਕੰਨ ਨੇ। ਅੱਛਾ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਨੇਤਰਾਂ ਦੀ ਗੱਲ ਕਰਦੇ ਸੀ, ਇਹ ਨੇਤਰੋ ਮੇਰੇ ਹੋ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਗੁਰੂ ਸਾਹਿਬ ਸਾਨੂੰ ਜਾਚ ਦਿਖਾਉਂਦੇ ਨੇ ਵੀ ਜੇ ਅੱਖਾਂ ਨਾਲ ਵੇਖਣਾ ਵਾ ਤੇ ਏਦਾਂ ਵੇਖਣਾ ਵਾ। ਸਿਰਫ ਮੇਰਲੀ ਜਿਹੜੇ ਇਮੇਜਿਸ ਨੇ ਜਾਂ ਜਿਹੜੇ ਫੋਰਮਸ ਨੇ, ਸ਼ੇਪਸ ਨੇ, ਆਕਾਰ ਨੇ, ਉਹ ਹੀ ਨਹੀਂ ਵੇਖਣੇ। ਇਹਨਾਂ ਦੇ ਪਿੱਛੇ ਜਿਹੜੀ ਜੀਵਨ ਰੋ ਚੱਲਦੀ ਇਹਨਾਂ ਆਕਾਰਾਂ ਦੇ ਪਿੱਛੇ, ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ। ਅੱਛਾ, ਇਹ ਨੇਤਰੋ ਮੇਰੋ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਜ਼ਰੀ ਹਲ ਨਿਹਾਲ।
ਫਿਰ ਗੁਰੂ ਸਾਹਿਬ ਨੇ ਸਰਵਣ ਮੇਰੇ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਅੱਛਾ, ਹੁਣ ਜਿਹੜੇ ਕੰਨ ਨੇ ਸੁਣਨੇ, ਇਹਨਾਂ ਦਾ ਕੰਮ ਆ ਟਰੂਥ ਸੁਣਨੀ ਆ, ਸੱਚ ਸੁਣਨਾ। ਤੇ ਤੁਸੀਂ ਮਨੁੱਖ ਸੁਣ ਕੇ ਵੀ ਅਣਸੁਣ ਕਰ ਸਕਦਾ ਵਾ। ਜਦੋਂ ਮਨੁੱਖ ਇਹਨਾਂ ਦੋ ਚੀਜ਼ਾਂ ਦੇ ਵਿੱਚ ਆਪਣੀ ਮਾਸਟਰੀ ਹਾਸਲ ਕਰ ਲਏਗਾ, ਜਦੋਂ ਇਹਨੂੰ ਵੇਖਣ ਦੀ ਜਾਚ ਆ ਜਾਏਗੀ, ਜਦੋਂ ਇਹਨੂੰ ਸੁਣਨ ਦੀ ਜਾਚ ਆ ਜਾਏਗੀ ਨਾ, ਤੇ ਫਿਰ ਇਹਦੇ ਜਿਹੜੇ ਤਿੰਨੇ ਚੀਜ਼ ਨੇ, ਆਨੰਦ, ਸ਼ਾਂਤੀ ਤੇ ਵਿਕਾਸ, ਉਹ ਫਿਰ ਸ਼ੈਟਰ ਨਹੀਂ ਹੋਣਗੇ। ਸਾਡੇ ਹੁਣ ਇਸ ਕਰਕੇ ਉਹ ਸ਼ੈਟਰ ਹੋ ਜਾਂਦੇ ਆ, ਝੱਟ ਹੀ ਅਸੀਂ ਡਿਸਟਰਬ ਹੋ ਜਾਂਦੇ ਆ, ਗੁੱਸੇ 'ਚ ਆ ਜਾਂਦੇ ਆ, ਜਾਂ ਫਿਰ ਇਹ ਹੁੰਦਾ ਵੀ ਜਦੋਂ ਫਿਰ ਤੀਜੀ ਹੋਰ ਗੱਲ ਚੀਜ਼ ਆ, ਵੈਨ ਜੋ ਕੋਈ ਮੈਨੂੰ ਗਾਲਾਂ ਕੱਢ ਰਿਹਾ ਨਾ, ਤੇ ਜੇ ਮੈਂ ਉਹਨੂੰ ਅਣਸੁਣਿਆ ਨਾ ਕੀਤਾ, ਤੇ ਫਿਰ ਮੇਰੀ ਰਸਨਾ ਨੇ ਵੀ ਇਨਵਾਲਵ ਹੋਣਾ ਵਾ, ਫਿਰ ਉਹਨੇ ਵੀ ਜੱਬ ਪਾਉਣਾ ਵਾ, ਫਿਰ ਉਹਨੇ ਵੀ ਕਬੂਲ ਬੋਲਣੇ ਆ। So this is like being awareness on paying attention on what disturb your peace and your mind, peaceful mind and your vagas, your anand. So if you pay a little bit attention, I pay myself, then I escape a lot of time. ਹੁਣ ਜਿਤਨਾ ਹੁਣ ਅੱਖਾਂ ਨੇ ਪਰ just for like a lustful. So that's like it will instantly strike you when you see a beautiful girl, beautiful woman. It will instantly strike you, but the wisdom is going to come again, come right away, but it's going to be 1 or half a second late, and that will can prevent you, thinking bad. Then it's switching to ये मेरे घर भी थी है, ये उधर की है, मेरी भैन वर्गी है, मेरी आंटी वर्गी है. And these things are going to come and involve it and save you thinking bad. ਬਿਹੇਵੀਅਰਲੀ ਸਪੀਕਿੰਗ, ਇਸ ਗੱਲ ਨੂੰ ਜੇ ਫੈਥਮ ਕਰੀਏ ਤੇ ਸੌਰੀ ਹਰਕੇਵਲ ਜੀ, ਮੈਂ ਦੇਖਿਆ ਨਹੀਂ ਸੀ। ਮੈਂ ਤਾਂ ਉਹੀ ਬਾਣੀ ਦੀ ਪੰਕਤੀ ਸਾਰਾ ਦਾ ਨਿਚੋੜ ਜਿਹੜਾ ਬਾਣੀ 'ਚ ਕਹਿ, ਜਨ ਨਾਨਕ ਇਹ ਖੇਲ ਕਠਿਨ ਹੈ, ਇਹਨੂੰ ਗੁਰਮੁਖ ਜਾਣ। ਇਹ ਗੁਰੂ ਦੇ ਉਪਦੇਸ਼ ਜਿਹੜੇ ਵੀਰ ਜੀ ਨੇ ਦੱਸੇ ਆ, ਵੀ ਜੇ ਉਹਨਾਂ ਨੂੰ ਉਹ ਅੰਦਰ ਗ੍ਰਹਿਣ ਕੀਤੇ ਹੋਣਗੇ ਤਾਂ ਫੇਰ ਹੀ ਇਸ ਖੇਲ ਚੋਂ ਨਿਕਲ ਸਕਦੇ ਆ, ਅਦਰਵਾਈਜ਼ ਤਾਂ ਗੁਰੂ ਸਾਹਿਬ ਕਹਿੰਦੇ ਖੇਲ ਕਠਿਨ ਹੈ। ਪਾਤਸ਼ਾਹ ਕਹਿੰਦੇ ਨੇ ਪ੍ਰੀਤਮ ਜਾਨ ਲਿਓ, ਉਹ ਵੀ ਨਵੇਂ ਪਾਤਸ਼ਾਹ ਦੀ, ਪ੍ਰੀਤਮ ਜਾਨ ਲਿਓ ਮਨ ਮਾਹੀ। ਕਹਿੰਦੇ ਤੂੰ ਦੇਖ ਲੈ, ਕਹਿੰਦੇ ਉਹਦੇ ਚ ਹੈਗਾ ਕੋ ਕਾਹੂ ਕੋ ਨਾਹੀ, ਦਾਰਾ ਮੀਤ ਪੂਥ, ਦਾਰਾ ਮੀਤ ਪੂਤ ਨਾ, ਇਹ ਜਿਹੜਾ ਫਰੇਜ਼ ਹੈ ਕਈ 3-4 ਸ਼ਬਦਾਂ ਚ ਹੈ, ਤੇ ਮੈਂ ਹਮੇਸ਼ਾ ਕਨਫਿਊਜ਼ ਹੋ ਜਾਣਾ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ, ਹਾਂਜੀ, ਆਪਣੇ ਸੁਖ ਕੋ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਥੈਂਕ ਯੂ ਅਮਰਜੀਤ ਜੀ। ਆਪਣੇ ਸੁਖ ਸਿਓ ਹੀ ਜਗ ਫਾਂਦਿਓ। ਹੁਣ ਮੈਂ ਕਹਿੰਦਾ ਕਿ ਨਹੀਂ, ਮੈਂ ਇਹ ਗੁਰੂ ਸਾਹਿਬ ਠੀਕ ਨਹੀਂ ਕਹਿੰਦੇ। ਮੈਂ ਨੇਕਡ ਵਰਡਸ ਦੇ ਵਿੱਚ ਤੇ ਨਹੀਂ ਕਹਿੰਦਾ, ਇਹ ਬਲੰਟ ਹੋ ਕੇ ਤੇ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਗਲਤ ਕਹਿ ਰਹੇ ਨੇ, ਪਰ ਮੈਂ ਕਹਿੰਦਾ ਨਹੀਂ, ਇਹ ਕਿੱਦਾਂ ਹੈਗਾ, ਇਹ ਸੰਸਾਰ ਹੈ। ਦੇਖੋ ਨਾ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰੀ ਐਕਸਟੈਂਡਡ ਫੈਮਿਲੀ, ਇਹ ਤੇ ਮੇਰੇ ਨਾਲ ਨੇ, ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਆ। ਕੋ ਕਾਹੂ ਕੋ ਨਾਹੀ, ਉਹ ਕਹਿੰਦੇ ਕੋ ਕਾਹੂ ਕੋ। ਫਿਰ ਉਹ ਸੁਖ ਮੈਂ ਆਨ ਬਹੁਤ ਮਿਲ ਬੈਸਤ, ਰਹਤ ਚਹੂੰ ਤਿਸ ਘੇਰੇ, from all sides ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾਵਤ ਨੇਰੇ। ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਕੌਣ ਕਹਿ ਰਿਹਾ ਮੈਨੂੰ? I have to understand that ਕਿ ਮੈਨੂੰ ਇਹ ਲੋੜ ਹੈ ਹਰ ਵੇਲੇ ਵਿਟਨੈਸ ਮੋਡ ਦੇ ਵਿੱਚ ਰਹਿਣ ਦੀ, ਅਵੇਅਰਨੈਸ ਐਂਡ ਵਿਟਨੈਸ ਮੋਡ। ਇਟਸ ਜਸਟ ਲਾਈਕ ਮੇਰਾ ਫੋਨ, I have to keep checking ਕੋਈ ਟੈਕਸਟ ਤੇ ਨਹੀਂ ਆਇਆ, ਕਨੈਕਸ਼ਨ ਹੈਗਾ, I am expecting a call, ਆਈ ਕਿਉਂ ਨਹੀਂ? It's just like that. ਚਲੋ, any questions? ਅੱਜ ਹਰਜੀਤ ਭੈਣ ਜੀ ਦੀ ਤਬੀਅਤ ਠੀਕ ਹੈ?
एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। मेहरबान साहिब मेहरबान साहिब मेरा मेहरबान जी सगल को दे दान राव तू काहे डोले प्राणिया तुद राखेगा सिरजनहार। जिन पैदाइश तू किया सोई दे आधार। जिन उपाई मेदनी सोई करदा सार। घटगत मालक दिला का सदा परवदगार। कुदरत कीम ना जानिए वड्डा बेपरवाह। कर बंदे तू बंदगी जिचर घट में सा। तू समर्थ अकथ गोचर जियो पिंड तेरी रास। हर रहम तेरी सुख पाया सदा नानक की अरदास। मेहरबान साहिब मेहरबान साहिब मेरा मेहरबान। वाहिगुरु 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 जी का खालसा वाहिगुरु जी की फतेह। वाहिगुरु जी।